असूलों पे जहाँ आँच आए टकराना ज़रूरी है, जो ज़िंदा हो तो फिर नज़र आना ज़रूरी है। नई पीढ़ी के खुद मुख्तियारों को कौन समझाए, कहाँ से बच के चलना है, कहाँ जाना ज़रूरी है। द अनम्यूट देख रहे हो ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਦੋਸਤੋ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਪਸੰਦੀਦਾ ਪ੍ਰੋਗਰਾਮ ਸੰਵਾਦ ਦੇ ਵਿੱਚ। ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਅਦਬੀ ਜ਼ਹਿਨੀ ਸ਼ਖਸੀਅਤ ਮੌਜੂਦ ਹੁੰਦੀ ਹੈ ਔਰ ਖਾਸ ਔਰ ਅਹਿਮ ਵਿਸ਼ਿਆਂ ਤੇ ਅਸੀਂ ਚਰਚਾ ਕਰਦੇ ਹਾਂ। ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਰਦਾਰ ਅਜੈਬ ਸਿੰਘ ਚੱਠਾ ਹੋਰੀ, ਚੇਅਰਮੈਨ ਜਗਤ ਪੰਜਾਬੀ ਸਭਾ। बहुत बहुत स्वागत है प्रोग्राम में। मेहरबानी गुरनीत जी, ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਦੀ ਇਨਮਿਊਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ जी। अदीब अजीज़ दोस्तों, ਤੁਹਾਨੂੰ ਦੱਸ ਦਈਏ ਕਿ ਸਰਦਾਰ ਅਜੈਬ ਸਿੰਘ ਚੱਠਾ ਹੋਰੀ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਹੋਣ ਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਸੱਭਿਆਚਾਰ ਨੂੰ ਲੈ ਕੇ, ਨੈਤਿਕਤਾ ਨੂੰ ਖਾਸ ਕਰ ਲੈ ਕੇ ਬਹੁਤ ਜ਼ਿਆਦਾ ਵਚਨਬੱਧ ਨੇ। ਇਹਨਾਂ ਨੇ ਕੁਝ ਇਸ ਤਰ੍ਹਾਂ ਦੇ ਸਟੈਪਸ ਚੁੱਕੇ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਐਪਰੀਸ਼ੀਏਟ ਵੀ ਕੀਤਾ ਗਿਆ। ਐਪਰੀਸ਼ੀਏਟ ਹੀ ਨਹੀਂ ਕੀਤਾ ਗਿਆ ਬਲਕਿ ਇਹਨਾਂ ਦੀ ਤਜਵੀਜ਼ ਉੱਤੇ ਉਹਨਾਂ ਨੇ ਇੱਕ ਮੋਹਰ ਲਗਾ ਦਿੱਤੀ ਕਿ ਸਕੂਲਸ ਦੇ ਵਿੱਚ ਨੈਤਿਕਤਾ ਦਾ ਯਾਨੀ ਕਿ ਮੋਰਲ ਵੈਲਿਊਜ਼ ਦਾ ਇੱਕ ਸਬਜੈਕਟ ਜਿਹੜਾ ਹੈ ਉਹ ਲਾਜ਼ਮੀ ਕੀਤਾ ਜਾਵੇ। ਪਰ ਦੁੱਖ ਦੀ ਗੱਲ ਇਹ ਹੈ ਕਿ ਇੰਨੇ ਸਾਰੇ ਪ੍ਰੋਗਰਾਮਸ ਕਰਨ ਦੇ ਬਾਅਦ, ਮੋਹਰ ਲੱਗ ਜਾਣ ਤੋਂ ਬਾਅਦ ਵੀ ਉਹ ਚੀਜ਼ਾਂ ਜਿਹੜੀਆਂ ਨੇ ਹਾਲੇ ਵੀ ਠੰਡੇ ਬਸਤੇ ਵਿੱਚ ਕਿਤੇ ਨਾ ਕਿਤੇ ਨੇ ਔਰ ਉਹਨਾਂ ਨੂੰ ਐਪਲੀਕੇਬਲ ਨਹੀਂ ਕੀਤਾ ਗਿਆ। ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਚੱਠਾ ਸਾਹਿਬ ਹੋਰਾਂ ਦੇ ਮਨ ਦੇ ਵਿੱਚ ਰੋਸ ਵੀ ਹੈ। ਤਮਾਮ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਾਂਗੇ। ਚੱਠਾ ਸਾਹਿਬ, ਅਸਲੀ ਵਾਕਿਆ ਕੀ ਵਾਪਰਿਆ ਸੀ? ਜਿਹੜੀ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਨੈਤਿਕਤਾ ਦੀ ਗੱਲ ਚੱਲੀ ਸੀਗੀ ਜੀ, ਤੇ ਜਦੋਂ ਅਸੀਂ ਭਾਲਣ ਲੱਗੇ ਤੇ ਸਾਨੂੰ ਦੁਨੀਆ ਦੇ ਵਿੱਚ ਸਕੂਲਾਂ 'ਚ ਪੜ੍ਹਾਈ ਜਾਣ ਵਾਲੀ ਕੋਈ ਵੀ ਕਿਤਾਬ ਨਹੀਂ ਲੱਭੀ ਵੀ ਨੈਤਿਕਤਾ ਦੀ ਜੀ, ਕਦੀ ਪੜ੍ਹਾਈ ਨਹੀਂ ਗਈ। ਤੇ ਨਹੀਂ ਪੜ੍ਹਾਈ ਗਈ ਤੇ ਪਹਿਲਾਂ ਪੜ੍ਹਾਉਣ ਦੀ ਲੋੜ ਵੀ ਨਹੀਂ ਸੀ। ਉਹ ਨੈਤਿਕਤਾ ਦੇ ਗੁਣ ਲੋਕ ਸਾਂਝੇ ਪਰਿਵਾਰ ਵਿੱਚੋਂ ਜਾਂ ਅਧਿਆਪਕਾਂ ਕੋਲ ਸਿਲੇਬਸ ਤੋਂ ਵੱਧ ਟਾਈਮ ਹੁੰਦਾ ਸੀਗਾ ਜਾਂ ਸਮਾਜ ਦੇ ਲੋਕਾਂ ਕੋਲ ਮਿਲ ਜਾਂਦੇ ਸੀਗੇ। ਪਰ ਉਹ ਹੁਣ ਨਾ ਤਾਂ ਸਾਂਝੇ ਪਰਿਵਾਰ ਰਹਿ ਗਏ ਤੇ ਨਾ ਅਧਿਆਪਕਾਂ ਕੋਲ ਟਾਈਮ ਹੈਗਾ ਤੇ ਸਮਾਜ ਦੇ ਬੰਦੇ ਨੇ ਤੇ ਕੀ ਕਹਿਣਾ। ਕੋਈ ਘਰ ਦਾ ਬੰਦਾ ਵੀ ਆਪਣੇ ਬੱਚੇ ਨੂੰ ਕੁਝ ਨਹੀਂ ਕਹਿ ਸਕਦਾ। ਤੇ ਮੈਨੂੰ ਯਾਦ ਆ ਵੀ 2016 ਦੇ ਵਿੱਚ ਸਭ ਤੋਂ ਪਹਿਲੇ ਹੀ ਅਸੀਂ ਇੱਕ ਜਿਹੜੀ ਇੰਟਰਨੈਸ਼ਨਲ ਸੈਮੀਨਾਰ ਕਰਾਇਆ ਸੀਗਾ, ਜਿਸ 'ਚ ਮੈਨੂੰ ਹੁਣ ਤੱਕ ਯਾਦ ਆ ਵੀ ਆਪ ਜੀ ਵੀ ਆਏ ਸੀਗੇ। ਉਹ ਪਹਿਲਾ ਅੰਤਰਰਾਸ਼ਟਰੀ ਸੈਮੀਨਾਰ ਸੀਗਾ। ਉਸ ਉਹ ਕਰਦੇ ਸ਼ੁਰੂ ਕਰਕੇ ਜੋ ਭਾਲਣ ਲੱਗੇ ਸਾਨੂੰ ਕੋਈ ਕਿਤਾਬ ਨਹੀਂ ਲੱਭੀ ਤੇ ਅਸੀਂ ਉਹ ਕਿਤਾਬ ਵੀ ਤਿਆਰ ਕਰ ਲਈ ਤੇ ਉਹ ਵਿਕਾਸ ਕਾਨਫਰੰਸ 2018 ਵਿੱਚ ਕਰਾਈ। ਤੇ ਉਹ ਮਹਾਰਾਣੀ ਪ੍ਰਨੀਤ ਕੌਰ ਜੀ ਆਏ ਸੀਗੇ ਤੇ ਉਹਨਾਂ ਨੇ ਗੌਰਮੈਂਟ ਨੂੰ ਸਾਡੀ ਸਿਫਾਰਿਸ਼ ਕਰਕੇ ਤੇ CM ਸਾਹਿਬ ਦੇ ਆਫਿਸ ਤੋਂ ਸਾਨੂੰ ਲੈਟਰ ਵੀ ਆ ਗਿਆ ਵੀ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ, ਚੇਅਰਮੈਨ ਸਾਹਿਬ ਨੂੰ ਲਿਖਤਾ ਹੈਗਾ ਉਹ ਮੋਰਲ ਵੈਲਿਊ ਨੈਤਿਕਤਾ ਦਾ ਸਬਜੈਕਟ ਲਾਉਣਗੇ ਜੀ। ਤੇ ਅਖਬਾਰਾਂ ਵਿੱਚ ਵੀ ਬੜਾ ਆਇਆ ਤੇ ਉਹਨਾਂ ਨੇ ਲੈਟਰ ਜਿਹੜੇ ਸਰਕੂਲੇਸ਼ਨ ਕੱਢੀ ਉਹ 'ਚ ਵੀ ਕੱਢਦੇ ਰਹੇ ਸੀ ਨੈਤਿਕਤਾ ਸਕੂਲਾਂ 'ਚ ਪੜ੍ਹਾਵਾਂਗੇ। ਤੇ ਜਦੋਂ ਪੜ੍ਹਾਉਣ ਲੱਗੇ ਤੇ ਉਹ ਸਬਜੈਕਟ ਦਾ ਨਾਂ ਵੀ ਨੈਤਿਕਤਾ ਨਹੀਂ ਰੱਖਿਆ ਤੇ ਉਹਦੇ ਵਿੱਚ ਮੈਟਰ ਵੀ ਨੈਤਿਕਤਾ ਦਾ ਨਹੀਂ ਪਾਇਆ। ਈਵਨ ਕਿ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ, ਲੈਟਰ ਲਿਖ ਕੇ ਕੀਤੀ ਵੀ ਸਾਡੀ ਨੈਤਿਕਤਾ ਦੀ ਕਿਤਾਬ ਤੁਸੀਂ ਲੈ ਲਓ। ਇਹਦੇ ਵਿੱਚ ਡੈਫੀਨੇਸ਼ਨ ਵੀ ਆ, ਇਹਦੇ ਵਿੱਚ ਕੈਟਾਗਰੀਜ਼ ਵੀ ਆ, ਇਹ 'ਚ ਕਹਾਣੀਆਂ ਵੀ ਆ ਤੇ 31 ਵਿਦਵਾਨ ਦੁਨੀਆ ਦੇ ਲੇਖ ਵੀ ਹੈਗੇ। ਤੇ ਅਸੀਂ ਫ੍ਰੀ ਆਫ ਕਾਸਟ ਤੁਹਾਨੂੰ ਦਿਆਂਗੇ, ਸਾਰੇ ਸਕੂਲਾਂ ਦੇ ਲਈ ਤੁਸੀਂ ਡਿਲੀਵਰ ਕਰ ਦਿਓ, ਅਸੀਂ ਤੁਹਾਨੂੰ ਦੇ ਦਿੰਦੇ ਹੈਗੇ ਆ। ਜਦੋਂ ਸਬਜੈਕਟ ਲਾਉਣ ਲੱਗੇ ਤੇ ਉਹਨਾਂ ਨੇ ਨਾ ਵੀ ਨੈਤਿਕਤਾ ਨਹੀਂ ਰਹਿਣ ਦਿੱਤਾ, ਨਾ ਵੀ ਉਹਨਾਂ ਨੇ ਕੋਈ ਸਵਾਗਤ ਜ਼ਿੰਦਗੀ ਰੱਖਤਾ। ਮੈਂ ਲਾਅ ਦਾ ਸਟੂਡੈਂਟ ਹੈਗਾ, ਮੈਂ ਵਕੀਲ ਹੈਗਾ, ਮੈਂ ਜੋ ਭਾਲਣ ਲੱਗਾ ਵੀ ਇਹ ਨੈਤਿਕਤਾ ਦਾ ਜਾਂ ਮੋਰਲ ਵੈਲਿਊ ਦਾ ਕੋਈ ਟਰਾਂਸਲੇਸ਼ਨ ਕਿਸੇ ਭਾਸ਼ਾ 'ਚ ਕਰਕੇ ਦੇਖ ਲਵਾਂ, ਪੰਜਾਬੀ, ਹਿੰਦੀ, ਇੰਗਲਿਸ਼, ਫਰੈਂਚ, ਸ਼ਾਹਮੁਖੀ, ਕਿਤੇ ਵੀ ਨਹੀਂ ਲੱਗਾ ਵੀ ਨੈਤਿਕਤਾ ਨੂੰ ਸਵਾਗਤ ਜ਼ਿੰਦਗੀ ਵੀ ਕਹਿੰਦੇ ਹੈਗੇ ਆ ਤੇ ਨਾ ਉਹਦੇ 'ਚ ਮੈਟਰ ਪਾਇਆ ਗਿਆ। ਤੇ ਉਸ ਤੋਂ ਬਾਅਦ 'ਚ ਮੈਂ 3 ਵਾਰੀ CM ਸਾਹਿਬ ਦੇ ਆਫਿਸ ਵਿੱਚ ਲੈਟਰ ਲਿਖ ਚੁੱਕਾ ਹੈਗਾ ਵੀ ਜੇ ਤਾਂ ਤੁਸੀਂ ਉਹ ਸਾਡੇ ਕਹਿਣ ਦੇ ਮੁਤਾਬਕ ਹੀ ਇਹ ਸਬਜੈਕਟ ਲਾਇਆ ਹੈਗਾ, ਇਹਦਾ ਨਾਂ ਹੀ ਨੈਤਿਕਤਾ ਰੱਖ ਲਓ, ਇਹਦੇ ਵਿੱਚ ਮੈਟਰ ਹੀ ਨੈਤਿਕਤਾ ਪਾ ਲਓ ਜੀ। ਉਹ CM ਸਾਹਿਬ ਦੇ ਆਫਿਸ ਜੋ ਈਮੇਲ ਜਾਂਦੀ ਆ ਤੇ ਉਹ ਗਾਂ ਕਹਿੰਦੇ ਜੀ ਐਜੂਕੇਸ਼ਨ ਸੈਕਟਰੀ ਨੂੰ ਭੇਜ ਦਿੱਤੀ ਆ ਤੇ ਨਾਲ ਈਮੇਲ ਉਹ ਕਾਪੀ ਮੈਨੂੰ ਵੀ ਆ ਜਾਂਦੀ ਹੈਗੀ ਆ। ਉਸ ਤੋਂ ਬਾਅਦ ਉੱਥੋਂ ਕਦੇ ਕੁਛ ਨਹੀਂ ਨਿਕਲਿਆ ਜੀ। ਇਸ ਕਰਕੇ ਮੇਰੇ ਆਪਣੇ ਖਿਆਲ 'ਚ ਆ ਵੀ ਜੇ ਕਿਤੇ ਨੈਤਿਕਤਾ ਦਾ ਸਬਜੈਕਟ ਲੱਗ ਜਾਂਦਾ ਤੇ ਦੁਨੀਆ ਦਾ ਪਹਿਲਾ ਇਹ ਕੰਟਰੀ ਹੋਣਾ ਸੀਗਾ ਜਿਹਦੇ ਵਿੱਚ ਸਕੂਲਾਂ ਵਿੱਚ ਨੈਤਿਕਤਾ ਪੜ੍ਹਾਈ ਜਾਣੀ ਸੀਗੀ ਜੀ। ਹੋਰ ਅੱਗੇ ਦੇਖੋ, ਜੇ ਤੁਸੀਂ ਬਹੁਤ ਸਾਰੇ ਬੰਦੇ ਕਹਿੰਦੇ ਜੀ ਪਹਿਲਾਂ ਵੀ ਨੈਤਿਕਤਾ ਪੜ੍ਹਾਈ ਜਾਂਦੀ ਹੈਗੀ ਆ, ਮੈਂ ਅੱਜ ਤੁਹਾਨੂੰ ਕਹਿੰਦਾ ਆਪਣੀ ਸਰਚ ਦੇ ਮੁਤਾਬਕ ਕਹਿ ਰਿਹਾ ਕਿਸੇ ਵੀ ਕੰਟਰੀ ਦੇ ਵਿੱਚ ਨੈਤਿਕਤਾ ਦਾ ਨਿਰੋਲ ਵਿਸ਼ਾ ਨਹੀਂ ਪੜ੍ਹਾਇਆ ਜਾਂਦਾ। ਇੰਡੀਆ ਦੇ ਵਿੱਚ ਵੀ 2-4 ਮਾੜੀ ਤੋਂ ਮਾੜੀ ਫਿਲਮ ਦੇਖ ਲਓ, ਕੋਈ ਕਹਾਣੀ ਦੇਖ ਲਓ, ਕੋਈ ਨਾਵਲ ਦੇਖ ਲਓ, ਕੁਛ ਨਾ ਕੁਛ ਨੈਤਿਕਤਾ ਦੇ ਬਾਰੇ ਪਾਇਆ ਹੁੰਦਾ। ਲੋਕ ਉਸੇ ਨੂੰ ਸਮਝ ਲੈਂਦੇ ਵੀ ਇਹ ਨੈਤਿਕਤਾ ਹੈਗੀ ਆ ਤੇ ਇਸ ਕਰਕੇ ਮੈਨੂੰ ਲੱਗਦਾ ਹੈਗਾ ਇਸ ਗੱਲੋਂ ਅਸੀਂ ਖੁੰਝ ਗਏ। ਅਸੀਂ ਸਰਕਾਰ ਦੇ
ਲੱਖਾਂ ਰੁਪਏ ਖਰਚ ਆਤੇ ਹੈਗੇ ਆ ਜਾਂ ਕਰੋੜਾਂ ਰੁਪਏ ਉਹਨਾਂ ਨੇ ਕਿਤਾਬਾਂ ਜੇ ਲਿਖਵਾ ਕੇ ਛਾਪਤੇ ਹੈਗੇ ਆ। ਅੱਜ ਤੱਕ ਵੀ ਉਹਨਾਂ 'ਚੋਂ ਮੇਰੇ ਖਿਆਲ ਨਹੀਂ ਕੋਈ ਡੈਫੀਨੇਸ਼ਨ ਵੀ ਉਹ ਕਿਸੇ ਕਿਤਾਬ 'ਚ ਲਿਖੀ ਹੋਵੇ ਵੀ ਨੈਤਿਕਤਾ ਕਹਿੰਦੇ ਕਿਹਨੂੰ ਆ। ਜਿਹੜੇ ਹਿਸਾਬ ਨਾਲ ਅਸੀਂ ਸਰਚ ਕੀਤੀ ਸੀਗੀ, ਜੋ ਹਿਸਾਬ ਨਾਲ ਕਿਤੇ ਕਿਤਾਬ ਇਹ ਲੱਗ ਜਾਂਦੀ, ਸਾਡੀ ਕਿਤਾਬ ਇਹ ਕਹਿੰਦੇ ਸਾਡਾ ਨਾਂ ਵੀ ਨਾ ਲਿਖੋ, ਸਾਨੂੰ ਨਾਂ ਦੀ ਕ੍ਰੈਡੀਬਿਲਿਟੀ ਵੀ ਨਹੀਂ ਚਾਹੀਦੀ। ਘੱਟੋ ਘੱਟ ਜਿਹੜੇ ਕੰਮ ਤੇ ਲੱਗੇ ਹੈਗੇ ਅਸੀਂ ਪੰਜਾਬੀਆਂ ਨੂੰ, ਬੱਚਿਆਂ ਨੂੰ ਨੈਤਿਕਤਾ ਬਾਰੇ ਦੱਸ ਸਕੀਏ ਵੀ ਇਹਦੀ ਡੈਫੀਨੇਸ਼ਨ ਕੀ ਹੁੰਦੀ ਆ। ਉਸ ਗੱਲ ਦਾ ਮੇਰੇ ਮਨ 'ਚ ਰੋਸ ਜ਼ਰੂਰ ਹੈਗਾ। ਮੈਂ CM ਸਾਹਿਬ ਚੰਨੀ ਸਾਹਿਬ ਇਹਨਾਂ ਨੂੰ ਮੈਂ ਈਮੇਲ ਭੇਜ ਚੁੱਕਾ ਹੈਗਾ। ਗੱਲ ਉੱਥੋਂ ਹੀ ਉਹੀ ਆ, CM ਸਾਹਿਬ ਦੇ ਆਫਿਸ ਤੋਂ ਸੈਕਟਰੀ ਸਾਹਿਬ ਕੋਲ ਚਲੇ ਗਈ ਹੈਗੀ ਆ, ਉਹਨਾਂ ਦਾ ਜਵਾਬ ਕੋਈ ਨਹੀਂਗਾ। ਜੀ ਚੱਠਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਵੀ ਸਰਕਾਰਾਂ ਦੀ ਨਲਾਇਕੀਆਂ ਨੂੰ ਦਿਖਾਉਂਦਾ ਹੈ ਕਿ ਲੋਕ ਮੰਗਾਂ ਮੰਗਦੇ ਰਹਿੰਦੇ ਨੇ, ਸਰਕਾਰਾਂ ਵਾਅਦੇ ਕਰਦੀਆਂ ਰਹਿੰਦੀਆਂ ਨੇ, ਪਰ ਨਿਸ਼ਕਰਸ਼ ਜਿਹੜਾ ਹੈ, ਅਸਲੀ ਰਿਜ਼ਲਟ ਜਿਹੜਾ ਹੈ ਉਸ ਦਾ ਨਿਲ ਹੁੰਦਾ ਹੈ? ਮੈਂ ਗੁਰਜੀਤ ਜੀ ਤੁਹਾਨੂੰ ਇੱਕ ਗੱਲ ਕਹਿ ਸਕਦਾ, ਜੇ ਕਿਤੇ ਨੈਤਿਕਤਾ ਦੀ ਗੱਲ ਚੱਲੀ ਸੀਗੀ, ਪੈਸੇ ਤੇ ਉਹਨੇ ਖਰਚ ਹੀ ਚੁੱਕੇ ਹੈਗੇ ਆ। ਕਿਤਾਬਾਂ ਦੇ ਜਿੰਨੇ ਪੈਸੇ ਖਰਚ ਹੀ ਚੁੱਕਿਆ। ਬੈਸਟ ਰੀਜ਼ਨ ਅੱਜ ਤੱਕ ਮੈਨੂੰ ਨਹੀਂ ਪਤਾ ਲੱਗ ਸਕਿਆ ਵੀ ਇਹਨਾਂ ਨੇ ਨੈਤਿਕਤਾ ਦਾ ਸਬਜੈਕਟ ਨਾਂ ਕਿਉਂ ਨਹੀਂ ਲਿਖਿਆ ਤੇ ਉਹਦੇ ਵਿੱਚ ਨੈਤਿਕਤਾ ਦਾ ਸਬਜੈਕਟ ਕਿਉਂ ਨਹੀਂ ਪਾਇਆ। ਮੇਰੇ ਸੋਚ ਤੋਂ ਬਾਹਰ ਹੈਗੀ ਆ। ਜੇ ਇਹਨਾਂ ਨੇ ਪੈਸੇ ਖਰਚਣੇ ਸੀਗੇ ਤੇ ਨੈਤਿਕਤਾ ਦਾ ਵਿਸ਼ਾ ਲਾਉਣਾ ਹੀ ਸੀਗਾ। ਜਿੰਨੇ ਵੀ ਇਹਨਾਂ ਨੇ ਸਰਕੂਲੇਟ ਭੇਜੇ ਹੈਗੇ ਆਪਦੇ ਸਕੂਲਾਂ ਨੂੰ, ਇਹੋ ਹੀ ਲਿਖਿਆ ਵੀ ਅਸੀਂ ਨੈਤਿਕਤਾ ਪੜ੍ਹਾਵਾਂਗੇ। ਤੇ ਮੈਨੂੰ ਇਹ ਸਮਝ ਲੱਗੀ ਵਿੱਚ ਮੈਟਰ ਵੀ ਇਹਨਾਂ ਨੇ ਕਿਉਂ ਨਹੀਂ ਪਾਇਆ ਤੇ ਉਹਦਾ ਨਾਂ ਵੀ ਨੈਤਿਕਤਾ ਕਿਉਂ ਨਹੀਂ ਰੱਖਿਆ। ਜੀ, ਤੁਸੀਂ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਮੈਨੂੰ ਲੱਗਦਾ ਇਕੱਲੇ ਹੀ ਹੋਗੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਜਿਨ੍ਹਾਂ ਨੇ ਇੱਕ ਅਲੱਗ ਕਿਸਮ ਦੀ ਮੁਹਿੰਮ ਵਿੱਢੀ ਕਿ ਨੈਤਿਕਤਾ ਵਰਗਾ ਸਬਜੈਕਟ ਜਿਹੜਾ ਹੈ ਉਹ ਸਾਡੀ ਐਜੂਕੇਸ਼ਨ ਦਾ ਪਾਰਟ ਹੋਣਾ ਚਾਹੀਦਾ ਹੈ। ਮੈਨੂੰ ਲੱਗਦਾ ਕਿ ਜੇਕਰ ਅਸੀਂ ਨੈਤਿਕਤਾ ਦੇ ਜਿਹੜੇ ਪ੍ਰਮੁੱਖ ਗੁਣ ਹੈਗੇ ਆ ਆਪਣੇ ਅੰਦਰ ਧਾਰਨ ਕਰ ਲੈਂਦੇ ਹਾਂ, ਜਿਸ ਵਿੱਚ ਸੱਚ ਹੈ, ਪਿਆਰ ਹੈ, ਬਰਦਾਸ਼ਤ ਕਰਨ ਦੀ ਸ਼ਕਤੀ ਹੈ, ਵੱਡਿਆਂ ਦਾ ਸਤਿਕਾਰ ਕਰਨਾ ਹੈ, ਤਾਂ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਉੱਥੇ ਹੀ ਸੌਟ ਆਊਟ ਹੋ ਜਾਂਦੀਆਂ ਨੇ। ਬਿਲਕੁਲ ਗੁਰਨੀਤ ਜੀ, ਮੈਂ ਤੁਹਾਨੂੰ ਕਿਹਾ ਸੀ ਡੈਫੀਨੇਸ਼ਨ ਕੀ ਆ, ਨੈਤਿਕਤਾ ਕਹਿੰਦੇ ਕਿਹਨੂੰ ਆ। ਉਹਲੀ ਸ਼੍ਰੇਣੀਆਂ ਜੋ ਤੁਸੀਂ ਬੋਲ ਰਹੇ ਸੀ, ਕੁਝ ਥੋੜ੍ਹੀਆਂ ਹੋਰ ਪਾ ਕੇ 22 ਅਸੀਂ ਸ਼ੁਰੂ ਕੀਤਾ ਸੀਗਾ ਜੀ 15 ਸ਼੍ਰੇਣੀਆਂ ਤੋਂ ਵਧਾ ਕੇ ਅੱਜ ਕੱਲ੍ਹ 23 ਸ਼੍ਰੇਣੀਆਂ ਅਸੀਂ ਕਰ ਚੁੱਕੇ ਆ ਸ਼੍ਰੇਣੀਆਂ ਹੈਗੀਆਂ। ਤੇ ਉਹਦੇ ਨਾਲ ਜਿਹੜੀਆਂ ਕਹਾਣੀਆਂ ਹੈਗੀਆਂ ਨੈਤਿਕਤਾ ਦੇ ਨਾਲ, ਉਹਨਾਂ ਸ਼੍ਰੇਣੀਆਂ ਸੰਬੰਧਿਤ ਅਸੀਂ ਕਹਾਣੀਆਂ ਪਾਈਆਂ ਤੇ ਦੁਨੀਆ ਦੇ 31 ਵਿਦਵਾਨਾਂ ਨੇ ਇਹਦੇ ਵਿੱਚ ਲੇਖ ਲਿਖਿਆ। ਇਹ ਇੱਕ ਤਰ੍ਹਾਂ ਦਾ ਅਸੀਂ ਸਮਝਦੇ ਹਾਂ ਵੀ ਇਹ ਕੰਪਲੀਟ ਬੁੱਕ ਹੈਗੀ ਜਿਹੜੀ ਸਕੂਲਾਂ 'ਚ ਪੜ੍ਹਾਈ ਜਾ ਸਕਦੀ, ਡੈਫੀਨੇਸ਼ਨ ਤੋਂ ਲੈ ਕੇ ਅੱਜ ਤੱਕ। ਜੋ ਆਮ ਡੈਫੀਨੇਸ਼ਨ ਮੈਨੂੰ ਪਤਾ ਲੱਗਾ ਨਾ, ਉਹ ਲੋਕ ਜਦੋਂ ਅਖਬਾਰਾਂ 'ਚ ਪੜ੍ਹਦੇ ਵੀ ਇਹ ਨੈਤਿਕਤਾ ਦੇ ਹਿਸਾਬ ਨਾਲ ਰਿਜ਼ਾਈਨ ਦੇ ਦੇਵੇ, ਨੈਤਿਕਤਾ ਦੇ ਹਿਸਾਬ ਨਾਲ ਇਹ ਨਹੀਂ ਕੰਮ ਕਰ ਰਿਹਾ, ਤੇ ਮੈਨੂੰ ਲੱਗਦਾ ਹੁੰਦਾ ਉਹਨਾਂ ਦੇ ਮੁਤਾਬਕ ਨੈਤਿਕਤਾ ਦੀ ਡੈਫੀਨੇਸ਼ਨ ਇਹ ਹੁੰਦੀ ਹੈਗੀ ਆ ਵੀ ਇਹ ਸਾਹਮਣੇ ਵਾਲਾ ਬੰਦਾ ਮੇਰੇ ਮੁਤਾਬਕ ਜੋ ਮੈਂ ਚਾਹੁੰਦਾ ਇਹ ਕੰਮ ਨਹੀਂ ਕਰ ਰਿਹਾ ਤੇ ਇਹ 'ਚ ਨੈਤਿਕਤਾ ਹੈ ਨਹੀਂ ਜੀ। ਇਹ ਲੋਕਾਂ ਨੂੰ ਗਾਲਾਂ ਕੱਢਣ ਨੂੰ ਇਹਨਾਂ ਨੇ ਨੈਤਿਕਤਾ ਦਾ ਅਰਥ ਵਰਤ ਰਿਹਾ ਹੈਗਾ, ਪਰ ਨੈਤਿਕਤਾ ਦਾ ਜਿਹੜਾ ਅਸਲੀ ਡੈਫੀਨੇਸ਼ਨ ਹੈਗੀ ਆ ਉਹ ਇਹਨਾਂ ਨੂੰ ਸਮਝ ਹੀ ਨਹੀਂ ਜੀ। ਜਾਂ ਕਿਸੇ ਇੰਡੀਵਿਜੂਅਲ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹਨੂੰ ਇਹ ਕਰਨਾ ਹੀ ਕਰਨਾ ਚਾਹੀਦਾ ਹੈ, ਤਾਂ ਨੈਤਿਕ ਵਰਡ ਅਸੀਂ ਯੂਜ਼ ਕਰ ਲੈਂਦੇ ਹਾਂ, ਪਰ ਇਸ ਦੇ ਪਿੱਛੇ ਇੱਕ ਫੁੱਲ ਫਲੈਜਡ ਗ੍ਰੰਥ ਹੈ, ਇੱਕ ਸਬਜੈਕਟ ਹੈ, ਉਸ ਦੀ ਮੈਨੂੰ ਲੱਗਦਾ ਵੀ ਹਾਲੇ ਲੋਕਾਂ ਨੂੰ ਸਮਝ ਨਹੀਂ ਆਈ। ਉਹਦੇ ਲਈ ਨਾ ਜੀ ਜਿੱਦਾਂ ਡੈਫੀਨੇਸ਼ਨ ਆ ਤੁਸੀਂ ਕਹੋ ਵੀ ਮੈਂ ਬਣਾਈ ਹੈਗੀ ਆ, ਬਿਲਕੁਲ ਗਲਤ ਹੈਗਾ। ਮੇਰਾ ਨਾਂ ਜ਼ਰੂਰ ਲਿਖਿਆ ਹੈਗਾ। ਇਨਫੈਕਟ ਇਹ 31 ਵਿਦਵਾਨ ਦੁਨੀਆ ਦੇ ਉਹਨਾਂ ਨੇ ਬਣਾਈ ਹੈਗੀ ਆ। ਜਿਹੜੀ ਉਹਨਾਂ ਨੇ ਬਣਾਈ ਡੈਫੀਨੇਸ਼ਨ ਨਾ ਜੀ, ਜੇ ਮੈਂ ਤੁਹਾਨੂੰ ਸਿੰਪਲ ਜੀ ਗੱਲ 'ਚ ਦੱਸਾਂ ਤੇ ਤੁਹਾਨੂੰ ਵੀ ਕਲੀਅਰ ਹੋ ਜੂਗੀ। ਕੋਈ ਵੀ ਬੰਦਾ ਇਕੱਲਾ ਨਹੀਂ ਰਹਿ ਸਕਦਾ, ਉਹਨੂੰ ਸਮਾਜ ਦੇ ਵਿੱਚ ਰਹਿਣਾ ਪੈਣਾ। ਸਮਾਜ ਵਿੱਚ ਰਹਿਣ ਲਈ 2 ਸ਼ਰਤਾਂ, ਇੱਕ ਉਹ ਡਿਸਿਪਲਿਨ 'ਚ ਰਵੇ ਤੇ ਇੱਕ ਦੂਜਾ ਸਹਿਯੋਗ ਕਰੇ। ਜੋ ਡਿਸਿਪਲਿਨ 'ਚ ਰੱਖਣ ਦੇ ਲਈ ਸਰਕਾਰਾਂ ਵੀ ਹੈਗੀਆਂ, ਕਾਨੂੰਨ ਵੀ ਹੈਗੇ, ਕਚਹਿਰੀ ਵੀ ਹੈਗੀਆਂ, ਜੇਲ੍ਹਾਂ ਵੀ ਹੈਗੀਆਂ, ਪੁਲਿਸ ਵੀ ਹੈਗੀਆਂ। ਡਿਸਿਪਲਿਨ 'ਚ ਤਾਂ ਉਹਨੇ ਰੱਖ ਲੈਣਾ, ਪਰ ਜਿਹੜਾ ਸਹਿਯੋਗ ਹੈਗਾ ਉਹ ਬੰਦੇ ਨੇ ਸਵੈ ਇੱਛਾ ਦੇ ਨਾਲ ਕਰਨਾ। ਜੇ ਨਾ ਵੀ ਕਰੇ ਤਾਂ ਉਹਨੂੰ ਕੋਈ ਵੀ ਕਾਨੂੰਨ ਸਜ਼ਾ ਨਹੀਂ ਦੇ ਸਕਦਾ। ਇਸ ਕਰਕੇ ਬੜੀ ਸਿੰਪਲ ਸਾਡੀ ਡੈਫੀਨੇਸ਼ਨ ਅਸੀਂ ਬਣਾਈ ਸੀਗੀ, ਨੈਤਿਕਤਾ ਸਦਾਚਾਰਕ ਨਿਯਮਾਂ ਦਾ ਸਮੂਹ ਆ ਜਿਹਨੂੰ ਕੋਈ ਕਾਨੂੰਨੀ ਮਾਨਤਾ ਨਹੀਂ। ਜੇ ਮੈਂ ਸੱਚ ਨਾ ਵੀ ਬੋਲਾਂ, ਜੇ ਮੈਂ ਕਹਿ ਦੇਵਾਂ ਜੀ ਅੱਜ ਮੈਂ CM ਸਾਹਿਬ ਨੂੰ ਮਿਲ ਕੇ ਆਇਆ ਮੈਂ ਇੱਥੋਂ ਪਟਿਆਲੇ ਤੋਂ ਹੈਗਾ ਤੇ ਮੈਂ ਜੋ ਮਰਜ਼ੀ ਝੂਠ ਬੋਲੀ ਜਾਵਾਂ, ਜੇ ਤੁਹਾਡਾ ਨੁਕਸਾਨ ਨਹੀਂ ਕਰਦਾ ਤੁਸੀਂ ਮੈਨੂੰ ਸਜ਼ਾ ਨਹੀਂ ਦੇ ਸਕਦੇ। ਜੇ ਤੁਹਾਡੀ ਮੈਂ ਮਦਦ ਨਾ ਵੀ ਕਰਾਂ, ਜੇ ਮੈਨੂੰ ਆਉਂਦੇ ਨੂੰ ਤੁਸੀਂ ਚਾਹ ਨਾ ਵੀ ਪਿਲਾਉਂਦੇ ਤੇ ਮੈਂ ਤੁਹਾਨੂੰ ਕੋਈ ਸਜ਼ਾ ਕਾਨੂੰਨ ਨਹੀਂ ਦਿੰਦਾ। ਇਹਦਾ ਮਤਲਬ ਹੈਗਾ ਸਦਾਚਾਰਕ ਨਿਯਮਾਂ ਦਾ ਸਮੂਹ ਆ ਜਿਹਨੂੰ ਕੋਈ ਕਾਨੂੰਨੀ ਮਾਨਤਾ ਨਹੀਂ। ਹਰੇਕ ਇਨਸਾਨ ਆਪਦੀ ਸਵੈ ਇੱਛਾ ਨਾਲ ਕਰਦਾ ਤੇ ਸਮਾਜ ਵਿੱਚ ਸਨਮਾਨ ਪਾਉਂਦਾ। ਇਹ 4 ਲਾਈਨਾਂ ਦੇ ਵਿੱਚ
ਸਾਡੇ ਜਿਹੜੇ ਵਿਦਵਾਨ ਆ ਉਹਨਾਂ ਨੇ ਇਹ ਡੈਫੀਨੇਸ਼ਨ ਬਣਾਈ ਹੈ ਜੀ। ਹਾਲਾਂਕਿ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਹੌਸਪਿਟੈਲਿਟੀ ਸਾਡੇ ਕੈਰੈਕਟਰ ਦਾ ਪਾਰਟ ਹੋਣਾ ਚਾਹੀਦਾ ਹੈ, ਕਿਸੇ ਨਾਲ ਪਿਆਰ ਨਾਲ ਮਿਲਣਾ ਵਰਤਣਾ ਸਾਡੇ ਕੈਰੈਕਟਰ ਦਾ ਪਾਰਟ ਹੋਣਾ ਚਾਹੀਦਾ, ਮੁਸਕਰਾ ਕੇ ਮਿਲਣਾ ਸਾਡੇ ਕੈਰੈਕਟਰ ਦਾ ਪਾਰਟ ਹੋਣਾ ਚਾਹੀਦਾ ਹੈ। ਸੋ ਇੱਕ ਫੁੱਲ ਫਲੈਜਡ ਪਰਸਨੈਲਿਟੀ ਜੇ ਅਸੀਂ 23 ਇਹਨਾਂ ਚੀਜ਼ਾਂ ਨੂੰ ਇਹਨਾਂ ਜਿਹੜੇ ਪੁਆਇੰਟਸ ਜਿਹੜੇ ਤੁਸੀਂ ਡਿਸਕ੍ਰਾਈਬ ਕੀਤੇ ਹੈ ਬੜੇ ਹੀ ਨੋਰਮਲ ਜ਼ਿੰਦਗੀ ਦੇ ਵਿੱਚ ਅਪਣਾਉਣ ਵਾਲੀਆਂ ਗੱਲਾਂ ਨੇ। ਕੋਈ ਇਸ ਵਿੱਚ ਬਹੁਤ ਫੁੱਲ ਫਲੈਜਡ ਇੱਦਾਂ ਨਹੀਂ ਹੈ ਕਿ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ, ਬਟ ਇਟਸ ਅ ਵਾਈਟਲ ਐਂਡ ਇੰਪੋਰਟੈਂਟ ਪਾਰਟ ਆਫ ਦ ਲਾਈਫ ਜਿਹਦੇ ਉੱਤੇ ਅਮਲ ਕਰਨ ਦੀ ਜ਼ਰੂਰਤ ਹੈ। ਉਹਦੇ ਲਈ ਮੈਂ ਇੱਕ ਤਾਂ ਦੱਸਾਂ ਤੁਹਾਨੂੰ ਜੀ, ਅੱਜ ਕੱਲ੍ਹ ਸਕੂਲਾਂ ਦੇ ਵਿੱਚ ਕਿ ਉਹ ਸਾਂਝੇ ਪਰਿਵਾਰ ਰਹੇ ਨੇਗੇ, ਸਕੂਲਾਂ 'ਚ ਮਾਸਟਰਾਂ ਕੋਲ ਟਾਈਮ ਹੈ ਨਹੀਂਗਾ, ਟੀਚਰ ਸਾਹਿਬਾਨ ਕੋਲ, ਉਹਨੂੰ ਇਹ ਲੱਗ ਰਿਹਾ ਵੀ ਉਹ ਕੋਟਾ ਲਵਾਓ ਜਿਹਦੇ ਨਾਲ ਨੰਬਰ ਮਿਲ ਜਾਣ ਜੀ। ਤੇ ਉਹ ਐਸੀ ਐ ਤਰ੍ਹਾਂ ਲੱਗਦਾ ਹੁੰਦਾ ਵੀ ਸਕੂਲਾਂ 'ਚ ਅਸੀਂ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨਹੀਂ ਬਣਾਉਣਾ, ਸਾਨੂੰ ਚਾਹੀਦਾ ਅਸੀਂ ਵਧੀਆ ਇਨਸਾਨ ਬਣਾਈਏ। ਇਸ ਕਰਕੇ ਸਾਨੂੰ ਇੱਕ ਇਨਸਾਨ ਨੂੰ ਇਕੱਲਾ ਡਾਕਟਰ ਬਣਾਉਣ ਦੀ ਬਣਾਏ ਤੇ ਵਧੀਆ ਇਨਸਾਨ ਬਣਾਈਏ ਜੀ। ਡਾਕਟਰ ਸਭ ਤੋਂ ਵਧੀਆ ਪੇਸ਼ਾ ਹੈਗਾ, ਪਰ ਉਹਦੇ ਵਿੱਚ ਵੀ ਕੁਝ ਬੰਦੇ ਜਿਹੜੇ ਇਕੱਲੇ ਡੈਥ ਹੋ ਚੁੱਕੀ ਉਹਨਾਂ ਦੇ ਆਕਸੀਜਨ ਲਾਈ ਰੱਖਦੇ ਹੈਗੇ ਆ, ਜਿਹੜੇ ਇੰਜੀਨੀਅਰ ਹੈਗੇ ਜਿਹੜੇ ਨੈਤਿਕਤਾ ਤੋਂ ਬਿਨਾਂ ਪੁਲ ਉਹਨਾਂ ਦੇ ਡਿੱਗਣਗੇ, ਜਿਹੜੇ ਨੈਤਿਕਤਾ ਤੋਂ ਬਿਨਾਂ ਜੱਜ ਹੈਗਾ ਫੈਸਲਾ ਉਹੀ ਗਲਤ ਕਰਨਗੇ। ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਇੱਕ ਇਨਸਾਨ ਆ ਜਿਹੜੀ ਮਰਜ਼ੀ ਜੌਬ ਕਰੇ ਉਹਦੇ ਵਿੱਚ ਨੈਤਿਕਤਾ ਦੇ ਗੁਣ ਹੋਣਗੇ, ਤਾਂ ਹੀ ਉਹ ਸਾਡਾ ਰਹਿਣ ਜੋਗਾ ਸਮਾਜ ਹੋਊਗਾ ਜੀ। ਜਿੱਥੋਂ ਮੈਂ ਗੱਲ ਦਾ ਆਗਾਜ਼ ਕੀਤਾ ਸੀ, ਜੇਕਰ ਅਸੀਂ ਇਹਨਾਂ ਚੰਦ ਕੁ ਗੁਣਾਂ ਨੂੰ ਅਪਣਾ ਲੈਂਦੇ ਹਾਂ ਤਾਂ ਸਮਾਜ ਵਿੱਚੋਂ 90% ਚੀਜ਼ਾਂ ਜਿਹੜੀਆਂ ਉਹ ਖੁਦ ਬ ਖੁਦ ਇਰੈਡੀਕੇਟ ਹੋ ਜਾਣਗੀਆਂ। ਇੱਕ ਗ੍ਰਾਸ ਰੂਟ ਲੈਵਲ ਤੇ ਤੁਸੀਂ ਚੱਠਾ ਸਾਹਿਬ 5 ਸਾਲ ਹੋ ਗਏ ਹੈ ਕਿ ਕੰਮ ਕਰ ਰਹੇ ਹੋ, ਕਦੇ ਕਦੇ ਮਨੋਬਲ ਗਿਰਿਆ ਮਹਿਸੂਸ ਨਹੀਂ ਕਰਦੇ ਹੋ ਜਦੋਂ ਲੱਗਦਾ ਹੈ ਕਿ ਨਹੀਂ ਗੱਲ ਨੇੜੇ ਲੱਗਣ ਵਾਲੀ ਹੈ, ਤੇ ਫਿਰ ਉਸ ਤੋਂ ਬਾਅਦ ਉਡੀਕਦੇ ਹਾਂ ਕਿੰਨਾ ਸਮਾਂ ਲੰਘ ਜਾਂਦਾ ਹੈ, ਸਰਕਾਰਾਂ ਵੱਲੋਂ ਕੋਈ ਜਵਾਬ ਨਹੀਂ ਆਉਂਦਾ, ਜਾਂ ਉਹਨਾਂ ਵੱਲੋਂ ਅਗਰ ਕੋਈ ਐਕਸ਼ਨ ਵੀ ਲਿਆ ਜਾਂਦਾ ਹੈ ਜਿਵੇਂ ਸਵਾਗਤ ਜ਼ਿੰਦਗੀ ਵਰਗਾ ਸਟੈਪ ਲੈਣਾ, ਉਹ ਕਿਤੇ ਨਾ ਕਿਤੇ ਹੋਰ ਇਰੀਟੇਟ ਨਹੀਂ ਕਰਦਾ? ਨਹੀਂ, ਕਿਉਂਕਿ ਸਾਡਾ ਆਪਣਾ ਢੰਗ ਤਰੀਕੇ ਹੈਗੇ ਆ। ਅਸੀਂ ਇੱਕ ਕਿਤਾਬ ਕੋ ਬੰਦਾ 300 ਛਾਪਦਾ ਹੈਗਾ, ਮੈਂ ਜੇ ਤੈਨੂੰ ਇਹ ਕਹਿਣਾ ਹੋਵੇ ਆਪ ਜੀ ਨੂੰ, ਇਹ ਘੱਟੋ ਘੱਟ 50,000 ਕਿਤਾਬ ਛਪ ਚੁੱਕੀ ਹੈਗੀ ਆ। ਛਪਣ ਤੋਂ ਬਾਅਦ ਬੱਚਿਆਂ ਨੇ ਇਹਦੇ ਇਮਤਿਹਾਨ ਦਿੱਤੇ। ਉਹ ਬੱਚਿਆਂ ਦੇ ਇਮਤਿਹਾਨ ਲੈਣ ਤੋਂ ਬਾਅਦ ਜੋ ਪ੍ਰਿੰਸੀਪਲ ਤੇ ਸਕੂਲਾਂ ਦੇ ਮਾਲਕਾਂ ਨੇ ਸਾਨੂੰ ਇਹ ਦੱਸਿਆ ਹੈਗਾ ਵੀ ਸਾਡੇ ਸਕੂਲ ਦੇ ਮਾਹੌਲ 'ਚ ਵੀ ਫਰਕ ਪਿਆ, ਮਾਪਿਆਂ ਨੇ ਦੱਸਿਆ ਸਾਡੇ ਘਰ ਦੇ ਮਾਹੌਲ 'ਚ ਫਰਕ ਪਿਆ। ਪਿਛਲੀ ਵਾਰੀ ਜਦੋਂ ਮੈਂ 16 ਫਰਵਰੀ ਨੂੰ ਆਇਆ ਹੈਗਾ, ਉਸ ਦਿਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਜਿਹੜੇ ਪ੍ਰਧਾਨ ਸੀ SGPC ਦੇ, ਉਹਨਾਂ ਦਾ ਰਿਕਾਰਡਡ ਮੈਸੇਜ ਹੈਗਾ। ਅਸੀਂ ਕਹਿੰਦੇ ਚਾਹੁੰਦੇ ਹਾਂ ਵੀ ਸਾਡੇ ਸਾਰੇ ਟੀਚਰਾਂ ਨੂੰ ਨੈਤਿਕ ਸਿੱਖਿਆ ਦੀਆਂ ਵਰਕਸ਼ਾਪਾਂ ਲਾ ਕੇ ਟ੍ਰੇਨਿੰਗਸ ਦਿਓ ਜੀ। ਪਰ ਉਹ ਥੋੜੀ ਜਿਹੀ ਹਾਲਾਤ ਮਾੜੇ ਇਸ ਕਰਕੇ ਹੋ ਗਏ, ਲੋਕਡਾਊਨ ਲੱਗ ਗਿਆ ਤੇ ਮੈਨੂੰ ਇਮੀਡੀਏਟਲੀ ਜਾਣਾ ਪੈ ਗਿਆ। ਅਦਰਵਾਈਜ਼ ਇਸ ਗੱਲ ਨੂੰ ਕੋਈ ਨਾ ਨਹੀਂ ਕਰ ਰਿਹਾ ਜੀ। ਇਹ ਐਡਾ ਵਧੀਆ ਕੰਮ ਹੈਗਾ ਵਾ ਜਿਹੜਾ ਕਿ ਬਹੁਤ ਹੀ ਸੌਖਾ ਤੇ ਸੌਖੇ। ਅਸੀਂ ਅੱਜ ਕੱਲ੍ਹ ਸਟੂਡੈਂਟਸ ਨੂੰ ਨਹੀਂ ਪੜ੍ਹਾਉਂਦੇ, ਅਸੀਂ ਪਹਿਲਾਂ 50,000 ਬੱਚਿਆਂ ਦਾ ਜਿਹੜਾ ਟੈਸਟ ਲੈ ਚੁੱਕੇ ਹੈਗੇ ਆ। ਹੁਣ ਮੈਂ ਇਕੱਲਾ ਫੋਕਸ ਕਰ ਰਿਹਾ ਹੈਗੇ, ਸਾਡੀ ਸਾਰੀ ਸੰਸਥਾ, ਜੋ ਮੈਂ ਕਹਿੰਦਾ ਇਕੱਲਾ ਨਹੀਂ ਮੈਂ ਕਰ ਰਿਹਾ, ਸਾਡੀ ਸੰਸਥਾ ਕਰ ਰਹੀ ਆ। ਅਸੀਂ ਇਕੱਲੇ ਟੀਚਰਸ ਨੂੰ ਫੋਕਸ ਕੀਤਾ ਹੈ। ਜੇ ਅਸੀਂ ਟੀਚਰ ਨੂੰ ਟ੍ਰੇਨਡ ਕਰ ਗਏ ਤੇ ਜਿੰਨਾ ਚਿਰ ਉਹ ਰਿਟਾਇਰ ਨਹੀਂ ਹੋਣਗੇ ਉਹਨਾਂ ਚਿਰ ਹੀ ਉਹ ਬੱਚਿਆਂ ਨੂੰ ਪੜ੍ਹਾਉਣਗੇ ਇੰਡਾਇਰੈਕਟਲੀ। ਤੇ ਮੇਰਾ ਬਹੁਤ ਵੱਡਾ ਕੰਮ ਵੀ ਹੈਗਾ ਤੇ ਮੇਰੇ ਮਨ ਨੂੰ ਸਕੂਨ ਵੀ ਹੈਗਾ ਕਿ ਅਸੀਂ ਕੋਈ ਚੰਗਾ ਕੰਮ ਕਰ ਰਹੇ ਹੈਗੇ ਜੀ। ਇਸ ਤੋਂ ਇਲਾਵਾ ਜਦੋਂ ਤੁਸੀਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਲੈਕਚਰਸ ਡਿਲੀਵਰ ਕਰਦੇ ਹੋ ਤਾਂ ਕੀ ਉਦੋਂ ਬੱਚਿਆਂ ਨੂੰ ਕੁਝ ਸਵਾਲਾਤ ਵੀ ਪੁੱਛੇ ਜਾਂਦੇ ਨੇ, ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਜਦੋਂ ਉਹ ਆਨਸਰ ਦਿੰਦੇ ਨੇ ਉਹਨਾਂ ਕੁਐਸਚਨਸ? ਸ਼ੁਰੂ 'ਚ ਬੱਚਿਆਂ ਕੋ ਅਸੀਂ ਜਾਂਦੇ ਰਹੇ ਹੈਗੇ ਆ, ਸਵਾਲ ਵੀ ਉਹ ਵਧੀਆ ਕਰਦੇ ਸੀਗੇ, ਪਰ ਹੁਣ ਦੱਸਿਆ ਮੈਂ ਬੱਚਿਆਂ ਕੋਲ ਜਾਣਾ ਬੰਦ ਕੀਤਾ ਹੈ। ਉਹ ਇਨਡਾਇਰੈਕਟਲੀ ਅਸੀਂ ਟੀਚਰਸ ਕੋਲ ਜਾਂਦੇ ਹੈਗੇ ਆ। ਜਿਹੜਾ ਕੱਲ੍ਹ ਅਸੀਂ ਇੱਕ ਇੰਟਰਨੈਸ਼ਨਲ ਸੈਮੀਨਾਰ ਕਰਾਇਆ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹ 'ਚ ਵੀ ਮੈਂ ਇਕੱਲੇ ਟੀਚਰ ਸਾਹਿਬਾਨ ਨਹੀਂ ਆਏ ਸੀਗੇ, 208 ਟੀਚਰ ਆਏ। ਉਹਨਾਂ ਨੂੰ ਵੀ ਸਾਰਾ ਕੁਝ ਅਸੀਂ ਟੀਚਰ ਦੀ ਇੰਪੋਰਟੈਂਸ, ਟੀਚਰ ਬਾਰੇ ਜੋ ਗੁਣ ਹੈਗੇ ਆ, ਜੋ ਦੁਨੀਆ ਦੇ ਵਿਦਵਾਨਾਂ ਦੱਸਿਆ ਉਹ ਦੱਸਿਆ ਸੀ। ਉਹਦੇ ਵਿੱਚ ਨੈਤਿਕਤਾ ਸੀਗੀ, ਉਹਦੇ ਵਿੱਚ ਭਾਸ਼ਣ ਦੇਣ ਦੀ ਕਲਾ ਸੀਗੀ, ਇੱਕ ਵਧੀਆ ਸੰਪੂਰਨ ਇਨਸਾਨ ਬਣਾਉਣ ਲਈ। ਮੈਂ ਇੱਕ ਤੁਹਾਨੂੰ ਅਗਲੀ ਜੀ ਦੱਸਾਂ, ਜੇ ਕਿਸੇ ਬੱਚੇ ਨੂੰ ਤੁਸੀਂ ਵਧੀਆ ਇਨਸਾਨ ਬਣਾਉਣਾ ਹੈਗਾ ਤੇ ਉਹਨੂੰ ਤੁਸੀਂ ਹਰ ਰੋਜ਼ 20 ਮਿੰਟ ਸਿਲੇਬਸ ਤੋਂ ਬਿਨਾਂ ਪੜ੍ਹੇ ਜੀ। ਅੱਜ ਕੱਲ੍ਹ ਹਾਲਾਤ ਇਹ ਆ ਵੀ ਸਿਲੇਬਸ ਤੋਂ ਬਿਨਾਂ ਕਹਿੰਦੇ ਸਾਨੂੰ ਪੜ੍ਹਾਓ ਹੀ ਕੁਛ ਨਾ, ਜਿਹਦੇ ਸਾਨੂੰ ਨੰਬਰ ਆਉਣੇ ਆ ਉਹੀ ਪੜ੍ਹਾਓ। ਇਹਦੀ ਬਜਾਏ ਜੇ ਸਿਲੇਬਸ ਤੋਂ ਬਿਨਾਂ ਅਸੀਂ ਇੱਕ ਬੱਚੇ ਨੂੰ 20 ਮਿੰਟ ਰੋਜ਼ ਪੜ੍ਹਾਈਏ, ਛੁੱਟੀ ਨਹੀਂ ਕਰਨੀ ਸ਼ਨੀਚਰਵਾਰ ਦੀ, ਛੁੱਟੀ ਨਹੀਂ ਕਰਨੀ ਐਤਵਾਰ ਦੀ, ਉਹ ਬੱਚਾ ਕਦੇ ਵੀ ਨਾ ਸਕੂਲ ਫੇਲ ਹੋਊਗਾ, ਨਾ ਕਾਲਜ ਫੇਲ ਹੋਊਗਾ, ਨਾ ਯੂਨੀਵਰਸਿਟੀ 'ਚ ਫੇਲ ਹੋਊਗਾ। ਜੇ ਇਸੇ ਢੰਗ ਦੇ ਨਾਲ ਅਸੀਂ ਇੱਕ ਮਿਊਜ਼ਿਕ ਸਿਖਾ ਦਈਏ ਤੇ ਹਰ ਰੋਜ਼ ਇੱਕ ਯੋਧੇ ਦੀ, ਇੱਕ ਮਹਾਬਲੀ ਦੀ, ਇੱਕ ਵਧੀਆ ਇਨਸਾਨ ਦੀ ਉਸ ਬੰਦੇ ਨੂੰ ਕਹਾਣੀ ਸੁਣਾਈ ਜਾਈਏ, ਉਹ ਜ਼ਿੰਦਗੀ 'ਚ ਹਮੇਸ਼ਾ ਕਾਮਯਾਬ ਹੋਊਗਾ।
ਜੀ ਮੇਰੇ ਨਾਨਾ ਜੀ ਅਕਸਰ ਕਿਹਾ ਕਰਦੇ ਸੀ ਕਿ ਨਾਰਮਲ ਪੀਰੀਅਡਸ ਤੋਂ ਇਲਾਵਾ ਇੱਕ ਮੋਰਲ ਵੈਲਿਊਜ਼ ਦਾ ਪੀਰੀਅਡ ਵੀ ਹੋਣਾ ਚਾਹੀਦਾ ਹੈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਸਿਨੈਰੀਓ ਦੇ ਵਿੱਚ ਜਦੋਂ ਐਜੂਕੇਸ਼ਨ ਦੇ ਬਹੁਤ ਮੰਦੇ ਹਾਲ ਹੋ ਗਏ ਨੇ, ਐਜੂਕੇਸ਼ਨ ਇੱਕ ਸਿੱਖਿਆ ਦਾ ਸਾਧਨ ਨਾ ਰਹਿ ਕੇ ਜਾਂ ਇੱਕ ਸੇਵਾ ਦਾ ਸਾਧਨ ਨਾ ਰਹਿ ਕੇ ਕਿਤੇ ਨਾ ਕਿਤੇ ਕਮਰਸ਼ੀਅਲ ਪਾਸੇ ਨੂੰ, ਕਮਰਸ਼ੀਅਲ ਰੂਪ ਇਖਤਿਆਰ ਮੈਂ ਕਹਿ ਸਕਦੀ ਹਾਂ ਕਿ ਕਰ ਚੁੱਕਿਆ, ਤਾਂ ਉੱਥੇ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਜਿਹੜੇ ਦੈਂਤ ਬੈਠੇ ਨੇ ਇਸ ਫੀਲਡ ਦੇ ਵਿੱਚ, ਜਿਨ੍ਹਾਂ ਨੂੰ ਰਿਜ਼ਲਟਸ ਨਾਲ ਕੋਈ ਮਾਇਨੇ ਨਹੀਂ ਹੈ, ਖਾਲੀ ਆਪਣੀਆਂ ਜੇਬਾਂ ਭਰਨ ਤੱਕ ਸੀਮਿਤ ਨੇ, ਤਾਂ ਉਹ ਕੀ ਚਾਹਣਗੇ ਕਿ ਵਾਕਈ ਹੀ ਸਾਡੇ ਸਮਾਜ ਵਿੱਚ ਨੈਤਿਕ ਸਿੱਖਿਆ ਵਰਗੇ ਜਿਹੜੇ ਗੁਣ ਨੇ ਉਹ ਸਮਾਜ ਅਪਣਾ ਲਵੇ? ਸਾਨੂੰ ਅੱਜ ਦੇ ਸਮਾਜ ਦੇ ਵਿੱਚ ਹਰੇਕ ਵਿਦਿਆਰਥੀ ਨੂੰ ਪੈਸੇ ਕਮਾਉਣ ਦੀਆਂ ਮਸ਼ੀਨਾਂ ਹਾਲਾਤ ਦੇ ਮੁਤਾਬਕ ਉਹਨੂੰ ਜੀਣਾ ਸਿਖਾਉਣਾ ਚਾਹੀਦਾ। ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਹੈਗਾ, ਇਹ ਇੱਕ ਇੰਜੀਨੀਅਰਿੰਗ ਦੇ ਵਿੱਚ ਇੱਕ ਬੰਦਾ ਟੌਪਰ ਇੱਥੇ ਆਇਆ, ਇੰਡੀਅਨ ਬੰਦਾ, ਉਹਨੂੰ ਸਭ ਤੋਂ ਬੈਸਟ ਪੈਕੇਜ ਮਿਲਿਆ ਅਮਰੀਕਾ ਦੇ ਵਿੱਚ, ਉਹ 7 ਲੱਖ ਦਾ ਮਿਲਿਆ ਕਿ 8 ਲੱਖ ਦਾ ਮਿਲਿਆ, ਤੇ ਉਹ ਜੋ ਇੰਨੀ ਤਨਖਾਹ ਲੈਂਦਾ, ਇੰਨੇ ਪੈਸੇ ਲੈਂਦਾ, ਤੇ ਸਭ ਤੋਂ ਖੂਬਸੂਰਤ ਲੜਕੀ ਨਾਲ, ਮਿਸ ਇੰਡੀਆ ਦੇ ਨਾਲ ਉਹਨੇ ਵਿਆਹ ਕਰਾਇਆ ਜੀ। ਉਹਨਾਂ ਦੇ ਬਹੁਤ 2 ਖੂਬਸੂਰਤ ਬੱਚੇ ਹੋਏ। ਜਦੋਂ ਅਮਰੀਕਾ ਦੇ ਵਿੱਚ ਰਿਸੈਸ਼ਨ ਆਇਆ ਤੇ ਨੌਕਰੀਆਂ ਜਮਾਂ ਬੰਦ ਹੋ ਗਈਆਂ, ਡਾਊਨ ਹੋ ਗਈਆਂ, ਉਹਨਾਂ ਨੇ ਹਸਬੈਂਡ ਵਾਈਫ ਨੇ ਦੋਵਾਂ ਨੇ ਸਲਾਹ ਕਰਕੇ ਆਪਦੇ ਦੋਵਾਂ ਬੱਚਿਆਂ ਦੇ ਗੋਲੀ ਮਾਰਤੀ ਤੇ ਆਪ ਵੀ ਮਰ ਗਏ ਜੀ। ਉਹਨਾਂ ਨੂੰ ਜ਼ਿੰਦਗੀ ਜੀਣੀ ਨਹੀਂ ਆਈ। ਇਸ ਕਰਕੇ ਆ ਕਿਤਾਬ ਪੈਸੇ ਕਮਾਉਣ ਦੀਆਂ ਮਸ਼ੀਨਾਂ ਦੀ ਬਜਾਏ ਵਧੀਆ ਇਨਸਾਨ ਬਣਾਓ, ਜਿਹੋ ਜਿਹੇ ਹਾਲਾਤ ਹੋਵੇ ਬੰਦਾ ਉਹੋ ਜਿਹਾ ਕੱਟ ਸਕੇ। ਇਸ ਦੀ ਜ਼ਰੂਰਤ ਹੈਗੀ ਆ, ਵਧੀਆ ਇਨਸਾਨ ਬਣਾਉਣ ਦੀ ਜ਼ਰੂਰਤ ਹੈਗੀ ਆ ਸਾਨੂੰ ਜੀ। ਇਸ ਤੋਂ ਇਲਾਵਾ ਤੁਸੀਂ ਹੁਣ ਅੱਜ ਦੇ ਸਿਨੈਰੀਓ ਵਿੱਚ ਕੀ ਕੁਝ ਪਲਾਨ ਕਰ ਰਹੇ ਹੋ? ਤੁਹਾਡੇ ਆਉਣ ਵਾਲੇ ਟਾਈਮ ਦੇ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਇਰਾਦੇ ਨੇ, ਕੀ ਕੁਝ ਕਰਨ ਦਾ ਇਰਾਦਾ? ਗੁਰਨੀਤ ਜੀ, ਅੱਜ ਮੈਂ ਪੰਜਾਬੀ ਬਚਾਓ, ਪੰਜਾਬੀ ਦਾ ਹਫ਼ਤਾ ਦੀ ਬਜਾਏ ਪੰਜਾਬੀ ਦਾ ਮਾਹ ਬਣਾ ਰਹੇ ਹੈਗੇ ਆ, ਠੀਕ ਹੈ ਨਾ ਜੀ। ਇਹ ਨਾਅਰੇ ਵੀ ਲਾਓ, ਪੰਜਾਬੀ ਉੱਪਰ ਵੀ ਲਿਖੋ, ਪੰਜਾਬੀ ਪਹਿਲਾਂ ਲਿਖੋ, ਪੰਜਾਬੀ ਮਰ ਚੱਲੀ ਤਕੜੇ ਹੋ ਜਾਓ, ਨਾਅਰੇ ਵੀ ਲਾ ਲਓ, ਸਮਾਗਮ ਵੀ ਬਣਾ ਲਓ, ਪਰ ਪੰਜਾਬੀ ਬਚੂ ਕਿੱਦਾਂ? ਉਹਦੇ ਲਈ ਜਗਤ ਪੰਜਾਬੀ ਸਭਾ ਨੇ ਸਿੱਧਾ ਇੱਕੋ ਡਿਕਲੇਅਰ ਕੀਤਾ ਹੈਗਾ ਵਾ ਵੀ ਹਰੇਕ ਪੰਜਾਬੀ ਨੂੰ ਨਵੰਬਰ 2022 ਤੋਂ ਪਹਿਲਾਂ 35 ਅੱਖਰ ਵਰਨਮਾਲਾ ਦੇ ਆਉਣੇ ਚਾਹੀਦੇ ਆ ਜੀ। ਜਿਹਨੂੰ ਹਜੇ ਹੁਣ ਜਿੰਨੇ ਸਕੂਲਾਂ 'ਚ ਗਿਆ ਹੈਗਾ, 5ਵੀਂ ਤੱਕ ਦੇ ਬੱਚੇ ਜਿਹੜੇ ਹੈਗੇ ਆ ਉਹ ਊੜੇ ਆੜੇ ਦੇ 35 ਅੱਖਰ ਸਿਖਾਉਂਦੇ ਦੱਸਦੇ ਆ ਸਾਨੂੰ ਜੀ। ਉਸ ਤੋਂ ਬਾਅਦ ਟੀਚਰ ਜਿਹੜੇ ਸਟੂਡੈਂਟ ਹਾਈ ਸਕੂਲ ਦੇ ਹੈਗੇ ਆ, MA ਦੇ ਹੈਗੇ ਆ, ਸਾਰੇ ਹੀ ਕੋਈ ਵੀ ਸਾਨੂੰ ਅਜੇ ਤੱਕ 50% ਤੋਂ ਵੱਧ ਨਹੀਂ ਸਿਖਾ ਸਕਿਆ। ਅੱਜ ਦਾ ਰਿਜ਼ਲਟ ਉਹ ਜਿਹੜੀ 50 ਸਾਲਾਂ ਬਾਅਦ ਕਹਿੰਦੇ 50 ਸਾਲਾਂ ਬਾਅਦ ਪੰਜਾਬੀ ਖਤਮ ਹੋਣੀ ਹੈਗੀ ਆ, ਜੇ ਅੱਜ ਦਾ ਹਿਸਾਬ ਤੇ ਲਾਓ ਤਾਂ ਐਂ ਲੱਗਦਾ 50% ਤਾਂ ਪੰਜਾਬੀ ਖਤਮ ਹੋ ਚੁੱਕੀ ਹੈਗੀ ਆ। ਜਿਨ੍ਹਾਂ ਨੂੰ 35 ਅੱਖਰ ਹੀ ਨਹੀਂ ਆਉਣਗੇ, ਜੇ ਉਹਨਾਂ ਨੂੰ ਜੋੜ ਹੀ ਨਹੀਂ ਆਉਂਦਾ ਹੋਊਗਾ, ਸਾਡੇ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਨੂੰ ਊੜਾ ਐੜਾ ਵੀ ਨਹੀਂ ਪੂਰਾ ਆਇਆ, ਉਹ ਜੋੜ ਵੀ ਨਹੀਂ ਉਹਨੂੰ ਆਏ, ਤੇ ਬਾਕੀਆਂ ਦਾ ਕੀ ਹਾਲ ਹੋਊਗਾ? ਇਸ ਕਰਕੇ ਸਭ ਤੋਂ ਜ਼ਰੂਰੀ ਹੈਗਾ, ਸਭ ਤੋਂ 35 ਅੱਖਰ ਹਰੇਕ ਨੂੰ ਸਿਖਾਓ। ਤੇ ਕਹਿੰਦੇ ਸਾਰੇ ਆ ਸਾਨੂੰ ਆਉਂਦੇ ਹੈਗੇ ਆ, ਪਰ ਅਸਲੀਅਤ ਦੇ ਵਿੱਚ 50% ਤੋਂ ਬੰਦਿਆਂ ਨੂੰ ਜ਼ਿਆਦਾ ਨਹੀਂ ਆਉਂਦੇ। ਤੇ ਇਸ ਵਿੱਚ ਕਸੂਰ ਕਿਸ ਦਾ ਹੈ? ਕਸੂਰ ਕਿਸੇ ਦਾ ਨਹੀਂਗਾ, ਕਿਉਂਕਿ ਪੰਜਾਬੀ ਦੇ ਹਿਸਾਬ ਨਾਲ ਸਾਡੇ ਅਵੇਸਲੇ ਅਸੀਂ ਹੋਏ ਹੈਗੇ ਆ ਜੀ। ਜੇ ਅੱਜ ਜੇ ਪੜ੍ਹੇ ਲਿਖੇ ਬੰਦੇ ਹੈਗੇ, ਅੱਜ ਉਹਦਾ ਤੁਹਾਨੂੰ ਵੀ ਨਾ 35 ਅੱਖਰ ਆਉਣ, ਮੈਨੂੰ ਵੀ ਔਖੇ ਨਾ ਆਉਂਦੇ ਹੋਣ, ਪਰ ਮੈਂ ਤੁਹਾਨੂੰ ਗਰੰਟੀ ਕਰਦਾ ਹੈਗਾ ਵੀ 1 ਘੰਟੇ ਦੇ ਵਿੱਚ ਤੁਸੀਂ ਵੀ 35 ਅੱਖਰ ਸਿੱਖ ਸਕਦੇ ਹੋ ਤੇ ਮੈਂ ਵੀ 35 ਅੱਖਰ ਸਿੱਖ ਸਕਦਾ। ਊੜੇ ਵਾਲੇ ਲਾਈਨ ਸਾਰਿਆਂ ਨੂੰ ਆਉਂਦੀ ਆ, ਕੱਕੇ ਖੱਖੇ ਵਾਲੀ ਲਾਈਨ ਆਉਂਦੀ ਆ, ਯਈਆ ਰਾਰੇ ਲੱਲੇ ਵਾਲੀ ਲਾਈਨ ਆਉਂਦੀ ਆ। ਜਿਹੜੀਆਂ 4 ਲਾਈਨਾਂ ਵਿਚਕਾਰਲੀਆਂ ਹੈਗੀਆਂ ਨਾ ਜੀ, ਉੱਥੇ ਪ੍ਰੋਬਲਮ ਪੈਂਦੀ ਆ, ਉਹ ਤਾਂ ਠਾ ਹੋ ਜਾਂਦੀਆਂ। ਜੇ ਉਹਨੂੰ ਅਸੀਂ ਚੱਟ ਤੇ ਤੱਪ ਨਾਲ ਚੇਤੇ ਕਰ ਲਈਏ, ਚੱਟ ਤੇ ਤੱਪ, ਤਾਂ ਉਹ ਪਹਿਲਾ ਅੱਖਰ ਸਾਨੂੰ ਆਉਣ ਦੀ ਲੋੜ ਆ, ਬਾਕੀ ਸਿੱਖੇ ਜਾ ਸਕਦੇ ਹੈਗੇ ਆ। ਅੱਜ ਮੈਂ ਜਿਹੜੇ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਤੇ ਧਮੀਜਾ ਸਾਹਿਬ, ਉਹਨਾਂ ਨਾਲ ਵੀ ਗੱਲ ਕਰਕੇ ਆਇਆ ਹੈਗਾ। ਉਹਨਾਂ ਨੇ ਵੀ ਅੱਜ ਸਾਨੂੰ ਤਾਂ ਫੈਸਲਾ ਸੁਣਾਈ ਦਿੱਤਾ ਹੈਗਾ। ਉਹ ਕਹਿੰਦੇ ਚਾਹਾਂਗੇ ਸਾਡੇ ਹਰਿਆਣੇ ਦੇ ਜਿੰਨੇ ਵੀ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈਗੀ ਆ, ਜੇ ਉੱਥੋਂ ਦੇ ਬੱਚੇ ਸਾਰੇ ਹੀ ਸਾਨੂੰ 35 ਅੱਖਰ ਲਿਖ ਦੇਣਗੇ ਤਾਂ ਉਹਨਾਂ ਨੂੰ 11,000 ਰੁਪਈਆ ਉਹ ਹਰੇਕ ਸਕੂਲ ਨੂੰ ਦੇਣਗੇ। ਇਸ ਹਿਸਾਬ ਨਾਲ 1 ਕਰੋੜ ਦਾ ਬਜਟ ਹੋਣਾ। ਅੱਜ ਦੇ ਦਿਨ ਦੀ ਮੈਂ ਸਭ ਤੋਂ ਵੱਡੀ ਆਪਦੀ ਅਚੀਵਮੈਂਟ ਇਹ ਸਮਝਦਾ ਹੈਗਾ ਵਾਂ ਵੀ ਇੱਕ ਹਰਿਆਣੇ ਦੇ ਵਿੱਚ 11,000, ਕਹਿੰਦੇ 11,000 ਅਸੀਂ ਨਿਆਣੇ ਤੋਂ ਨਹੀਂ ਦੇ ਰਹੇ, ਅਸੀਂ ਸਕੂਲ ਨੂੰ ਦੇ ਰਹੇ ਹੈਗੇ ਨਾ। ਬਜਟ ਕਹਿੰਦੇ ਸਾਡੇ ਕੋਲ ਹੈਗਾ ਵਾ। ਇਸੇ ਤਰੀਕੇ ਨਾਲ ਹੀ ਭਾਸ਼ਾ ਵਿਭਾਗ ਵਾਲਿਆਂ ਨਾਲ, ਪੰਜਾਬ ਵਾਲੇ, ਉਹਨਾਂ ਨਾਲ ਵੀ ਮੈਂ ਗੱਲ ਕੀਤੀ। ਉਹ ਕਹਿੰਦੇ ਜੇ ਤੂੰ 1 ਨਵੰਬਰ ਤੋਂ ਪਹਿਲਾਂ ਆ ਜਾਂਦਾ ਤਾਂ ਅਸੀਂ ਵੀ ਸ਼ੁਰੂ ਕਰ ਲੈਂਦੇ। ਉਹ ਸਮਾਗਮ ਤਾਂ ਵੱਡੇ ਕਰਕੇ ਖਰਚ ਕਰ ਰਹੇ ਹੈਗੇ ਆ, ਪਰ ਉਹਦੇ ਨਾਲ ਜੇ ਕਿਤੇ ਪੰਜਾਬੀਆਂ ਨੂੰ 35 ਅੱਖਰ ਸਿਖਾਉਣ ਵਾਲੀ ਗੱਲ ਸ਼ੁਰੂ ਕਰ ਲੈਣ, ਜਿਹੜਾ ਕਿ ਕੰਮ ਇੰਨਾ ਸੌਖਾ ਹੈ ਗੁਰਨੀਤ ਜੀ, ਸਿਰਫ 1 ਘੰਟੇ ਵਿੱਚ ਆ ਸਕਦਾ ਜੀ। ਸਾਨੂੰ 10 ਗੁਰੂ ਸਾਹਿਬਾਨ ਦੇ ਨਾਂ ਤੇ 35 ਅੱਖਰ
ਬਹੁਤ ਆਸਾਨੀ ਨਾਲ ਅਸੀਂ ਸਿੱਖ ਸਕਦੇ ਹਾਂ। ਪੰਜਾਬ ਬਾਰੇ ਵਾਕਫੀ ਸਿੱਖ ਸਕਦੇ ਹਾਂ, ਨੈਤਿਕਤਾ ਦੇ ਬਾਰੇ ਤੇ ਵਾਤਾਵਰਨ ਬਾਰੇ। ਅਸੀਂ ਪੰਜਾਂ ਦੇ ਟੌਪਿਕ ਰੱਖਿਆ ਸੀ। ਜੇ ਅਸੀਂ ਇਹ ਪੰਜਾਂ ਕੰਮ ਹਰੇਕ ਪੰਜਾਬੀ ਸਿੱਖ ਜਾਵੇ ਤੇ ਪੰਜਾਬੀ ਸਮਾਜ ਬੜਾ ਵਧੀਆ ਲੋਕਾਂ ਲਈ ਰਹਿਣ ਜੋਗਾ ਹੋ ਸਕਦਾ ਹੈ। ਜੀ ਚੱਠਾ ਸਾਹਿਬ, ਇੱਕ ਬੜਾ ਅਹਿਮ ਸਵਾਲ ਮੈਂ ਹੁਣ ਕਰਨ ਜਾ ਰਹੀ ਹਾਂ, ਬਿਲਕੁਲ ਸਟ੍ਰੇਟ ਫਾਰਵਰਡ ਮੈਨਰ ਦੇ ਵਿੱਚ, ਕਿ ਅੱਜ ਅਸੀਂ ਟੈਕਨੋਲੋਜੀ ਦੇ ਯੁੱਗ ਵਿੱਚ ਰਹਿ ਰਹੇ ਹਾਂ, ਅਸੀਂ ਸਾਇੰਸ ਦੇ ਯੁੱਗ ਵਿੱਚ ਰਹਿ ਰਹੇ ਹਾਂ। ਟੈਕਨੋਲੋਜੀ ਇੰਨੀ ਕੁ ਜ਼ਿਆਦਾ ਫਾਸਟ ਹੈ ਕਿ ਮੰਨਿਆ ਜਾਂਦਾ ਹੈ ਕਿ ਟੀਚਰ ਕਲਾਸ ਵਿੱਚ ਪੜ੍ਹਾ ਕੇ ਹਟਿਆ ਤੇ ਅੱਧੇ ਘੰਟੇ ਬਾਅਦ ਟੈਕਨੋਲੋਜੀ ਚੇਂਜ ਹੋ ਜਾਂਦੀ ਹੈ। ਇੰਨੇ ਤੇਜ਼ ਰਫ਼ਤਾਰ ਯੁੱਗ ਦੇ ਵਿੱਚ ਰਹਿ ਰਹੇ ਹਾਂ, ਤੇ ਜਿੱਥੇ ਸਮਾਜ ਸਾਇੰਸ ਇੰਨੀ ਤਰੱਕੀ ਕਰ ਰਿਹਾ ਹੈ, ਪੰਜਾਬੀਆਂ ਨੂੰ ਹਲੇ 35 ਅੱਖਰ ਹੀ ਤੁਸੀਂ ਸਿਖਾ ਰਹੇ ਹੋ। ਅਸੀਂ ਤਰੱਕੀ ਕਦੋਂ ਕਰਾਂਗੇ? ਜਿਹੜੀ ਤੁਸੀਂ ਆਰਟੀਫੀਸ਼ੀਅਲ ਜਿਹੜੀ ਇੰਟੈਲੀਜੈਂਸ ਕਹਿ ਰਹੇ ਆ ਨਾ, ਉਹ ਆਲਰੇਡੀ ਸਾਰੇ ਪੰਜਾਬੀਆਂ ਨੂੰ ਆਉਂਦੀ ਆ। ਮੈਂ ਤੁਹਾਨੂੰ ਨੈਚੁਰਲ ਜਿਹੜੀ ਉਹਦੇ ਅੰਦਰ ਇਨਸਾਨੀਅਤ ਦੀ ਗੱਲ ਕਰ ਰਿਹਾ। ਜਿਹੜੀ ਤੁਸੀਂ ਟੈਕਨੋਲੋਜੀ ਦੀ ਗੱਲ ਕਰ ਰਹੇ ਹੋ, ਉਹ ਸਾਡੇ ਵੀ ਪੰਜਾਬੀਆਂ ਨੂੰ ਆਉਂਦੀ ਆ। ਉਸ ਇੰਜੀਨੀਅਰ ਨੂੰ ਵੀ ਆਉਂਦੀ ਸੀ ਜਿਹਨੇ ਅਮਰੀਕਾ ਦੇ ਵਿੱਚ ਸੁਸਾਈਡ ਕੀਤੀ ਹੈਗੀ ਆ ਜੀ। ਇਸ ਕਰਕੇ ਅਸੀਂ ਉਹ ਹੁਣ ਅੱਜ ਕੱਲ੍ਹ ਡਾਕਟਰ ਹੈਗੇ ਆ ਜਿਹੜੇ ਵੱਧ ਤੋਂ ਵੱਧ ਮੈਂ ਕਹਿੰਦਾ 3 ਜਾਂ 4% ਮਾੜੇ ਹੋਣਗੇ, ਬਾਕੀ ਪਰਸੈਂਟ ਸਾਰੇ ਹੀ ਜਿਹੜੀ ਹੈਗੇ 95% ਵਧੀਆ ਲੋਕ ਹੈਗੇ ਆ। ਪਰ ਕਈ ਵਾਰ ਅਸੀਂ ਮਾੜਿਆਂ ਦੀਆਂ ਖਬਰਾਂ ਜ਼ਿਆਦਾ ਕਰਦੇ ਹੈਗੇ ਆ। ਤੇ ਜਿਹੜਾ ਤੁਸੀਂ ਮੈਨੂੰ ਸਿਖਾਉਣ ਦੀ ਗੱਲ ਕਰ ਰਹੇ ਹੋ, ਉਹ ਲੋਕ ਟੈਕਨੋਲੋਜੀ ਸਿੱਖੀ ਜਾ ਰਹੇ ਹੈਗੇ ਆ। ਉਹ ਉਹਨਾਂ ਨੇ ਸਿੱਖ ਲੈਣੀ ਨੌਕਰੀ ਲਈ, ਪਰ ਮੇਰਾ ਤਾਂ ਮਤਲਬ ਵੀ ਉਹਦੇ ਨਾਲ ਇੱਕ ਇਨਸਾਨੀਅਤ ਵੀ ਨਾਲ ਸਿਖਾਉਣਾ ਚਾਹੀਦਾ। ਜੇ ਤੁਸੀਂ ਇਹ ਕਹਿ ਲਓ ਵੀ ਉਹ 99,999 ਤੱਕ ਵੀ ਲਾ ਲਓ, ਉਹਨਾਂ ਨੂੰ ਸਾਰੇ ਜਿਹੜੇ ਤੁਸੀਂ ਮੈਨੂੰ ਗੱਲਾਂ ਕਰਦੇ ਹੋ ਟੈਕਨੋਲੋਜੀ ਸਭ ਕੁਝ ਹੀ ਆਉਂਦਾ। 1 ਰੁਪਈਏ ਦੀ ਘਾਟ ਹੀ ਲਾ ਲਓ ਤੁਸੀਂ, ਪਰ ਉਹ 1 ਰੁਪਈਏ ਦੇ ਘਾਟ ਦੇ ਨਾਲ ਉਹ ਲੱਖ ਵੀ ਨਹੀਂ ਬਣਦਾ। ਇਸ ਕਰਕੇ ਜੇ ਬਾਕੀ ਟੈਕਨੋਲੋਜੀ ਤੋਂ ਸਿੱਖ ਰਹੇ ਹੈਗੇ ਆ, ਮੈਂ ਸਿਖਾਉਣ ਦੀ ਨਹੀਂ ਗੱਲ, ਮੈਂ ਜਿਹੜਾ 1 ਰੁਪਈਏ ਦੀ ਘਾਟ ਆ ਮੈਂ ਤਾਂ ਉਹ ਪੂਰੀ ਕਰਨ ਦੀ ਗੱਲ ਕਰ ਰਿਹਾ। ਅਦਰਵਾਈਜ਼ ਇਹਨਾਂ ਨੂੰ ਪੰਜਾਬੀਆਂ ਨੂੰ ਸਭ ਕੁਝ ਹੀ ਆਉਂਦਾ। ਜੇ ਪੰਜਾਬੀਆਂ ਨੂੰ ਸਭ ਕੁਝ ਆਉਂਦਾ ਤੇ ਅੱਜ 5 ਦਰਿਆਵਾਂ ਦੀ ਧਰਤੀ ਨਹੀਂ ਰਹੀ, ਇਹ 7 ਦਰਿਆਵਾਂ ਦੀ ਜਿਹੜਾ ਹੈਗਾ ਦੇਸ਼ ਬਣ ਚੁੱਕਾ ਹੈਗਾ। ਇਕੱਲਾ ਪੰਜਾਬੀਆਂ ਨੂੰ ਹੁਣ ਉਹਨਾਂ ਖਤਰਾ ਨਹੀਂਗਾ। ਇਹ ਇਕੱਲੇ ਪੰਜਾਬ ਭਾਰਤ ਜਾਂ ਪਾਕਿਸਤਾਨ 'ਚ ਨਹੀਂ ਗਏ। ਹੁਣ ਜਿੰਨੇ ਕੰਟਰੀਆਂ 'ਚ ਫੈਲ ਚੁੱਕੇ ਹੈਗੇ ਆ, ਜਿੱਡੀਆਂ ਵੱਡੀਆਂ ਇਹਨਾਂ ਕੋਲ ਜੌਬਸ ਹੈਗੀਆਂ ਵਾ, ਜਿੱਦਾਂ ਪੋਲੀਟਿਕਸ ਦੇ ਵਿੱਚ ਜਿੱਡੇ ਇਹਨਾਂ ਕੋਲ ਪ੍ਰਬੰਧ ਹੈ, ਜਿੰਨੇ ਇਹਨਾਂ ਕੋਲ ਸਥਾਨ ਹੈਗੇ ਆ, ਜਿੱਡੇ ਵਪਾਰ ਹੈਗੇ ਆ, ਪੰਜਾਬੀਆਂ ਦੀ ਸੰਸਾਰ ਵਿੱਚ ਬੱਲੇ ਬੱਲੇ ਆ ਜੀ। ਪਰ ਉਹਦੇ ਨਾਲ ਜਿਹੜੇ 1 ਰੁਪਈਏ ਦੀ ਘਾਟ ਹੈਗੀ ਆ, ਮੈਂ ਕਹਿੰਦਾ 1 ਰੁਪਈਆ ਘਾਟ ਪੂਰਾ ਕਰ ਲਓ ਤੇ ਤਾਈਓ ਤੁਸੀਂ ਲੱਖ ਬਣੋਗੇ, ਤਾਂ ਤੁਸੀਂ ਲੱਖ ਬਣੋਗੇ। ਉਸ ਤੋਂ ਬਿਨਾਂ ਲੱਖ ਨਹੀਂ ਹੋਣਾ ਜੀ। ਜਿਹੜਾ ਸਾਹਿਬ ਤੁਸੀਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਹੋਣ ਦੇ ਨਾਤੇ ਕੀ ਕਹੋਗੇ ਕਿ ਜਿਹੜੀ ਵਰਲਡ ਪੰਜਾਬੀ ਕਾਨਫਰੰਸਿਸ ਦਾ ਦੌਰ ਚੱਲਿਆ ਹੈ, 2009 ਤੋਂ ਇਹ ਹੁੰਦੀਆਂ ਆ ਰਹੀਆਂ ਨੇ, ਇਹਨਾਂ ਵਿੱਚ ਕੀ ਕੁਝ ਡਿਸਕਸ ਹੁੰਦਾ ਹੈ? ਕਿਉਂਕਿ ਬਹੁਤ ਸਾਰੀਆਂ ਮਿਸਪਰਸੈਪਸ਼ਨਸ ਨੇ, ਮਿਸਕਨਸੈਪਸ਼ਨਸ ਨੇ ਲੋਕਾਂ ਦੇ ਮਾਈਂਡਸ ਵਿੱਚ ਕਿ ਇਹ ਚੀਜ਼ਾਂ ਵਿਅਰਥ ਨੇ, ਲੋਕੀ ਘੁੰਮਣ ਜਾਂਦੇ ਨੇ, ਜਾਂ ਤੁਸੀਂ ਕੀ ਸਮਝਦੇ ਹੋ ਕਿ ਸਾਡੀ ਪ੍ਰਾਪਤੀ ਕੀ ਹੈ ਵਰਲਡ ਪੰਜਾਬੀ ਕਾਨਫਰੰਸਿਸ ਦੇ ਨਾਤੇ? ਵਰਲਡ ਪੰਜਾਬੀ ਕਾਨਫਰੰਸ 2009 ਤੋਂ ਨਹੀਂ ਹੋਣ ਲੱਗੀਆਂ ਜੀ। ਵਰਲਡ ਪੰਜਾਬੀ ਕਾਨਫਰੰਸ 1980 ਤੋਂ ਹੋਣ ਲੱਗੀਆਂ ਜੀ। ਤਕਰੀਬਨ 41 ਸਾਲ ਹੋ ਗਏ ਹੈਗੇ ਆ। ਤੇ ਜਿਹੜੀਆਂ ਵਰਲਡ ਪੰਜਾਬੀ ਕਾਨਫਰੰਸ ਘੁੰਮਣ ਲਈ ਲੋਕ ਜਾਂਦੇ ਹੈਗੇ ਆ, ਜੋ ਤੁਸੀਂ ਕਹਿੰਦੇ ਮੈਂ ਕਹਿੰਦਾ ਹਾਂ ਜਾਂਦੇ ਆ, ਪਰ ਜਿਹੜੀਆਂ ਅਸੀਂ 2009 ਤੋਂ ਬਾਅਦ ਕਰਾਉਣ ਲੱਗੇ ਹੈਗੇ ਆ, ਅਸੀਂ ਉਹ ਇੱਕ ਮਕਸਦ ਨਾਲ ਕਰਾਉਣ ਲੱਗੇ। ਜਿਹੜੀਆਂ ਪਹਿਲੀਆਂ ਕਾਨਫਰੰਸਾਂ ਕਰਾਈਆਂ ਹਰੇਕ ਇੱਕ ਕਰਾ ਕੇ ਹਟ ਗਿਆ। ਦੂਜੀ ਕਾਨਫਰੰਸ ਕਰਾਉਣ ਨੂੰ ਕਿਸੇ ਨੇ ਹੌਸਲਾ ਨਹੀਂ ਕੀਤਾ। ਉਹਨਾਂ ਵਿੱਚ ਨਿਕਸਗਾ ਵੀ ਉਹ ਕਈ ਖਰਚ ਕਰਦੇ ਰਹੇ, ਆਰਗੇਨਾਈਜ਼ਰ ਹੋਰ ਸੀਗੇ, ਪਰ ਸਾਡੇ ਅਜੇ ਵੀ ਅਸੀਂ ਖਰਚ ਵੀ ਆਪ ਕਰਦੇ ਹੈਗੇ ਆ। ਕਦੀ ਕਿਸੇ ਕੋਲ ਪੈਸਾ ਮੰਗਣ ਵੀ ਨਹੀਂ ਗਏ ਤੇ ਅਸੀਂ ਕਿਸੇ ਨੂੰ ਆਰਗੇਨਾਈਜ਼ਰ ਵੀ ਨਹੀਂ ਬਣ ਦਿੱਤਾ। ਅਸੀਂ ਉਹ 'ਤੇ ਇਨਵੈਸਟਮੈਂਟ ਵੀ ਆਪ ਕਰਦੇ ਹੈਗੇ ਆ ਤੇ ਉਹਦਾ ਅਸੀਂ ਆਰਗੇਨਾਈਜ਼ ਵੀ ਆਪ ਕਰਦੇ ਹੈਗੇ ਆ। ਇਸੇ ਕਰਕੇ ਹਰੇਕ 2 ਸਾਲ ਬਾਅਦ ਅਸੀਂ ਕਰਾਈ ਜਾਂਦੇ ਆ। ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ, ਲੋਕ ਜੀ ਘੁੰਮਣ ਜਾਂਦੇ ਆ, ਬਹੁਤ ਸੋ ਕਹਿਣਗੇ ਜੀ ਸ਼ਰਾਬ ਪੀਣ ਜਾਂਦੇ ਆ ਜੀ, ਇਹ ਦਾਰੂ ਪੀਣ ਚਲੇ ਗਏ ਜਾਂ ਮੀਟ ਖਾਣ ਚਲੇ ਗਏ। ਉਹਨਾਂ ਨੂੰ ਮੇਰਾ ਇੱਕੋ ਸਵਾਲ ਹੁੰਦਾ ਹੈਗਾ, ਕੀ ਹਿੰਦੁਸਤਾਨ ਦੇ ਵਿੱਚ ਦੋਵੇਂ ਚੀਜ਼ਾਂ ਬੈਨ ਆ? ਹਿੰਦੁਸਤਾਨ 'ਚ ਦਾਰੂ ਵੀ ਮਿਲਦੀ ਆ, ਮੀਟ ਵੀ ਮਿਲਦਾ ਹੈਗਾ ਵਾ, ਤੇ ਉਦੋਂ ਤਾਂ ਬਹੁਤ ਸਸਤਾ। ਅਸੀਂ ਕਿਸੇ ਨੂੰ ਟਿਕਟ ਨਹੀਂ ਦਿੰਦੇ। ਹਰੇਕ ਬੰਦਾ ਜਿਹੜਾ 60-70 ਹਜ਼ਾਰ ਦੀ ਪਹਿਲਾਂ ਟਿਕਟ ਲਾ ਕੇ ਜਾਂਦਾ ਸੀਗਾ ਜਾਂ ਲੱਖ ਰੁਪਏ ਟਿਕਟ ਲਾ ਕੇ ਜਾਂਦਾ ਹੈਗਾ, ਇੰਨੇ ਵਿੱਚ ਉਹ ਫੈਸਿਲਿਟੀ ਇੱਥੇ ਲੈ ਸਕਦਾ ਹੈਗਾ। ਤੇ ਉਹ ਜਿਹੜੇ ਬੰਦੇ ਨੂੰ ਜਾਣ ਦਾ ਚਾਂਸ ਨਹੀਂ ਨਾ ਮਿਲਦਾ ਹੁੰਦਾ, ਹਮੇਸ਼ਾ ਹੀ ਉਹੋ ਹੀ ਇਹਦੇ ਨੁਕਤਾਚੀਨੀ ਕਰਦਾ। ਤੇ ਸਾਡੀ ਕਾਨਫਰੰਸਾਂ ਦੇ ਮੁਤਾਬਕ ਜੋ ਮੈਂ ਜਿਹੜੀਆਂ 5 ਕਾਨਫਰੰਸਾਂ ਅਸੀਂ ਐਕਚੁਅਲ ਕਰਾ ਚੁੱਕੇ ਹੈਗੇ ਆ, 6ਵੀਂ ਕਾਨਫਰੰਸ ਜਿਹੜੀ ਵਰਚੁਅਲ ਐਕੀ ਹੋਈ ਹੈਗੀ ਆ, ਇਹਨਾਂ ਦੇ ਆਧਾਰ 'ਤੇ ਮੈਂ ਦੱਸ ਸਕਦਾ ਵੀ ਜਿਹੜੇ ਕਾਨਫਰੰਸ ਦੇ ਫਾਇਦੇ ਕੀ ਹੈਗੇ ਆ। ਸਭ ਤੋਂ ਪਹਿਲਾਂ ਤਾਂ ਵਧੀਆ ਸਾਹਿਤ ਲਿਖ ਹੁੰਦਾ। ਜਿਹੜੋ ਪਹਿਲਾਂ ਲੋਕ ਨਹੀਂ ਇੱਥੇ ਬੈਠੇ ਹੀ ਕੈਨੇਡਾ ਬਾਰੇ ਜਾਂ ਇੰਗਲੈਂਡ ਬਾਰੇ ਗੱਲਾਂ ਲਿਖੀ ਜਾਂਦੇ ਸੀਗੇ, ਉੱਥੇ ਗਏ ਵੀ ਨਹੀਂ ਹੁੰਦੇ ਸੀਗੇ। ਉਹਦੇ ਸਾਹਿਤ ਲਿਖਣ ਨਾਲੋਂ ਤੇ ਜਿਹੜਾ ਉੱਥੇ ਜਾ ਕੇ ਉਹਨਾਂ ਨੇ ਸਾਹਿਤ ਲਿਖਿਆ, ਜੇ ਤੁਸੀਂ ਹਰਜਿੰਦਰ ਆਹਲੂਵਾਲੀਆ ਸਾਹਿਬ ਜੀ ਦੀ ਕੈਨੇਡਾ ਫੇਰੀ ਦੀ ਬਾਰੇ ਤੁਸੀਂ ਕਿਤਾਬ ਬਾਰੇ ਸਾਹਿਤ ਪਰ ਲਿਖੋ, ਜੇ ਉੱਥੇ ਗਏ ਨਾ ਹੁੰਦੇ ਤੇ ਏਡੀ ਵਧੀਆ ਉਹ ਕਿਤਾਬ ਨਹੀਂ ਲਿਖ ਸਕਦੇ ਸੀ ਜਿੱਡਾ ਵਧੀਆ। ਉਸ ਤੋਂ ਬਾਅਦ ਇਹ ਨਹੀਂ,
ਹੋਰ ਵੀ ਜਿਹੜਾ ਹੈਗਾ ਜਦੋਂ ਸਾਹਿਤ ਘਰ ਜਾਂਦੇ ਆ ਉਹਨਾਂ ਦੇ ਗਿਆਨ 'ਚ ਵਾਧਾ ਹੁੰਦਾ ਹੈਗਾ, ਉਹਦੇ ਨਾਲ ਸਾਹਿਤ ਬੜਾ ਵਧੀਆ ਲਿਖ ਹੁੰਦਾ। ਇਹ ਤਾਂ ਪਹਿਲਾ ਇੱਕ ਫਾਇਦਾ ਇੱਕ ਇਹ। ਦੂਜਾ ਹੈਗਾ ਵੀ ਸਾਡੇ ਆਪਸੀ ਸੰਬੰਧ ਬਹੁਤ ਵਧੀਆ ਬਣਦੇ ਆ। ਅਸੀਂ ਆਰਗੇਨਾਈਜ਼ਰ ਹੈਗੇ ਆ, ਸਾਡੇ ਜਿੰਨੇ ਵੀ ਵਿਦਵਾਨ ਹੈਗੇ ਆ ਜਿਹੜੇ ਵੀ ਜਾਂਦੇ ਉਹਨਾਂ ਨਾਲ ਸਾਡੇ ਸੰਬੰਧ ਬਣਦੇ ਆ, ਉਹਨਾਂ ਦੇ ਆਪਸ ਵਿੱਚ ਵੀ ਸੰਬੰਧ ਬਣਦੇ ਆ। ਤੇ ਤੀਸਰੀ ਗੱਲ, ਜਿਹੜਾ ਵੀ ਵਿਦਵਾਨ ਉੱਥੇ ਜਾਂਦਾ ਹੈਗਾ ਖੁਦ ਉਹਦੇ ਆਪ ਦੇ ਗਿਆਨ 'ਚ ਵਾਧਾ ਹੁੰਦਾ, ਉਹਦੇ ਆਪ ਦੇ ਗਿਆਨ 'ਚ ਵਾਧਾ ਹੁੰਦਾ। ਤੇ ਜਿਹੜਾ ਚੌਥਾ ਹੈਗਾ ਵਾ ਤੇ ਉਹ ਸਮਾਜ ਵਿੱਚ ਥੋੜ੍ਹੀ ਜਿਹੀ ਧੌਣ ਉੱਚੀ ਕਰਕੇ ਤਾਂ ਚੱਲਦਾ ਹੈਗਾ। ਮੈਂ ਵਰਲਡ ਪੰਜਾਬੀ ਕਾਨਫਰੰਸ ਹਿੱਸਾ ਲੈ ਕੇ ਆਇਆ, ਸਮਾਜ ਵਿੱਚ ਵੀ ਉਹਦਾ ਟੌਰ ਬਣਦਾ ਹੈਗਾ। ਤੇ ਪੰਜਵੀਂ ਗੱਲ ਜਿਹੜੀ ਮੈਂ ਆਪ ਕਰਦਾ, ਜਿਹੜੇ ਐਜੂਕੇਸ਼ਨਿਸਟ ਹੈਗੇ ਆ ਉਹਨਾਂ ਜਿੱਦਾਂ ਸਕੂਲਾਂ 'ਚ ਜਾਂ ਕਾਲਜਾਂ 'ਚ ਹੈਗੇ ਆ ਤੇ ਉਹਨਾਂ ਨੂੰ ਆਪਦੀ ਪ੍ਰਮੋਸ਼ਨ ਦੇ ਲਈ ਉਹਨਾਂ ਨੂੰ ਨੰਬਰ ਮਿਲਦੇ ਆ, ਪਤਾ ਨਹੀਂ 25 ਮਿਲਦੇ ਜਾਂ 30 ਮਿਲਦੇ ਹੈਗੇ ਆ, ਉਹਨਾਂ ਨੂੰ ਨੰਬਰ ਮਿਲਦੇ ਹੈਗੇ ਆ। ਤੇ ਜਿਹੜੇ ਉਹਦੇ ਖਿਲਾਫ ਕੁਛ ਜਿਹੜੇ ਬੰਦੇ ਅੱਜ ਤੱਕ ਜਾ ਨਹੀਂ ਸਕੇ, ਜਿਨ੍ਹਾਂ ਸਾਡੀ ਮਜਬੂਰੀ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਸਪੌਂਸਰਸ਼ਿਪ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਕਿਉਂਕਿ ਉਹਦੀ ਉਮਰ ਘੱਟ ਹੈਗੀ ਆ ਤੇ ਸਾਨੂੰ ਉਹਦੇ ਪਰਮਾਨੈਂਟ ਕੋਈ ਜੋਬ ਹੈ ਨਹੀਂ ਗੀ, ਇਸ ਕਰਕੇ ਉਹ ਸਾਡੇ ਖਿਲਾਫ ਕੁਛ ਤਾਂ ਬੋਲਣਗੇ ਨਾ। ਉਹ ਹਮਦਰਦ ਸਾਹਿਬ ਦਾ ਇੱਕ ਸ਼ੇਰ ਹੈਗਾ ਵਾ, ਮੁਰਦਾਬਾਦ ਵੀ ਹੋਣੀ ਹੈ ਵਾਹ ਦੇ ਨਾਲ, ਫੁੱਲਾਂ ਦੇ ਨਾਲ ਮਿਲਣੇ ਨੇ ਕੰਡੇ ਹਮਦਰਦਾ। ਇਸ ਕਰਕੇ ਸਾਡੀ ਜੋ ਅਸੀਂ ਕਰ ਰਹੇ ਹਾਂ ਨਾ ਜੀ, ਇਹ ਸਾਨੂੰ ਕੰਡੇ ਵੀ ਥੋੜ੍ਹੇ ਬਹੁਤੇ ਮਿਲਣੇ ਆ ਤੇ ਮੁਰਦਾਬਾਦ ਵੀ ਸਾਡੀ ਹੋਣੀ ਹੈਗੀ ਆ। ਪਰ ਸਾਡੀ ਜੇ ਨੀਤ ਠੀਕ ਹੈਗੀ ਆ ਤੇ ਤਾਈਓ ਇਸੇ ਕਰਕੇ ਅਸੀਂ ਹਰੇਕ 2 ਸਾਲ ਬਾਅਦ ਕਰਾਈ ਜਾਂਦੇ ਹੈਗੇ ਆ, ਹਜੇ ਤੱਕ ਰੁਕੇ ਨਹੀਂ ਗੇ। ਜਿਹੜੀ ਸਾਡੀ ਪਲਾਨ ਬਣਾਈ ਹੈਗੀ ਆ, ਜੇ ਅਸੀਂ ਆਪਣੇ ਸਿਸਟਮ ਤੇ ਕਾਇਮ ਰਹੇ ਫਿਰ ਤਾਂ ਅਸੀਂ ਕਰ ਲਾਂਗੇ। ਜੇ ਲੋਕਾਂ ਦੇ ਜਿਨ੍ਹਾਂ ਨੁਕਤਾਚੀਨੀ ਕਰਨੀ, ਜੇ ਉਹਨਾਂ ਦੇ ਮੁਤਾਬਕ ਚੱਲੇ ਤੇ ਜੋ ਕਹਿਣ ਵੀ ਕੰਮ ਤੁਸੀਂ ਕਰੋ ਤੇ ਕਰੋ ਸਾਡੇ ਮੁਤਾਬਕ, ਉਹ ਨਹੀਂ ਹੁੰਦਾ ਜੀ। ਇਹ ਮੈਨੂੰ ਇਹ ਲੱਗਾ ਵੀ ਇਹ ਫਾਇਦੇ ਹੈਗੇ ਆ। ਜੇ ਨੁਕਸਾਨ ਕੋਈ ਹੈਗੀ ਤਾਂ ਤੁਸੀਂ ਦੱਸ ਦਿਓ, ਪਰ ਮੈਨੂੰ ਤਾਂ ਇਹਦਾ ਫਾਇਦਾ ਹੀ ਲੱਗਾ। ਜੇ ਮੈਂ ਅੱਜ ਨਾ ਕੰਮ ਕਰਦਾ ਹੁੰਦਾ ਤੇ ਤੇਜਿੰਦਰ ਫਤਿਹਪੁਰੀ ਜੀ ਨਾਲ ਮੇਰਾ ਸੰਬੰਧ ਵੀ ਨਹੀਂ ਹੋਣੇ ਸੀਗੇ ਤੇ ਤੁਹਾਡੇ ਨਾਲ ਮੇਲ ਵੀ ਨਹੀਂ ਹੋਣਾ ਸੀਗਾ। ਇਹ ਸਭ ਤੋਂ ਵੱਡੇ ਮੇਰੇ ਸੰਬੰਧਾਂ ਦੀ ਜਿਹੜੇ ਦੂਜੇ ਫਾਇਦੇ ਗੱਲ ਸੀ, ਸਾਡੇ ਸੰਬੰਧ ਬਣਦੇ ਹੈਗੇ ਆ। ਤੇ ਮੈਨੂੰ ਤਾਂ ਲੱਗ ਰਿਹਾ ਵੀ ਪੰਜਾਬੀ ਸਮਾਜ ਸਾਡੀ ਇਸ ਕਾਨਫਰੰਸ ਦੇ ਵਿੱਚ 8 ਵਾਈਸ ਚਾਂਸਲਰ ਤੇ 1 ਚਾਂਸਲਰ ਸਾਹਿਬਾਨ ਦਾ ਆਉਣਾ ਮੇਰੇ ਵਰਗੇ ਬੰਦੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਜਿਹੜਾ ਬਹੁਤ, ਮੈਂ ਇੱਕ ਛੋਟੇ ਜਿਹੇ ਪਿੰਡ ਦਾ ਹੈਗਾ, ਜਿਹੜੇ VC ਸਾਹਿਬ ਜਦੋਂ ਪੜ੍ਹਦੇ ਹੁੰਦੇ ਸੀ ਕਰੂਮ ਦੇ ਮੋਹਰ ਦੀ ਵੀ ਨਹੀਂ ਲੰਘ ਸਕਦੇ ਸੀਗੇ, ਅੱਜ ਜਦੋਂ 9 ਵਾਈਸ ਚਾਂਸਲਰ ਬਾਈ ਨੇਮ ਮੈਨੂੰ ਜਾਣਦੇ ਹੋਣ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਾਈਸ ਚਾਂਸਲਰ ਸਾਹਿਬ ਨੇ ਸਾਡੇ ਵਾਲੀ ਇਹੋ ਹੀ ਕਿਤਾਬ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਵੀ ਲਵਾ ਦਿੱਤੀ ਹੈਗੀ ਆ, ਸ਼ਾਹਮੁਖੀ ਟਰਾਂਸਲੇਸ਼ਨ ਕਰਾ ਕੇ। ਮੈਨੂੰ ਤਾਂ ਬਹੁਤ ਵੱਡੀ ਪ੍ਰਾਪਤੀ ਲੱਗ ਰਹੀ ਹੈ ਜੀ। ਪਰ ਸਾਡੇ ਵਾਸਤੇ ਕਿਤੇ ਨਾ ਕਿਤੇ ਇਹ ਬੜੇ ਸ਼ਰਮ ਵਾਲੀ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਉਹ ਚੀਜ਼ਾਂ ਅਪਲਾਈ ਹੋ ਚੁੱਕੀਆਂ ਨੇ ਔਰ ਪੰਜਾਬ ਸਰਕਾਰ ਇਸ ਨੂੰ ਮਾਨਤਾ ਨਹੀਂ ਦੇ ਰਹੀ। ਜੇ ਨਹੀਂ ਦੇ ਰਹੀ ਤਾਂ ਕਿਉਂ ਨਹੀਂ ਦੇ ਰਹੀ? ਇਸ ਬਾਬਤ ਤੁਹਾਡਾ ਕੀ ਵਿਚਾਰ ਹੈ? ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਚੱਠਾ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਤਮਾਮ ਜਾਣਕਾਰੀ ਤੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਔਰ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ। ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਜੀ ਦੋਸਤੋ, ਇਹ ਸਨ ਅਜੈਬ ਸਿੰਘ ਚੱਠਾ ਹੋਰੀ, ਜੋ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਲਾਮਬੰਦ ਨੇ ਔਰ ਇਹਨਾਂ ਦੀ ਸੰਸਥਾ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰ ਰਹੀ ਹੈ, ਪੁਰਜ਼ੋਰ ਕੋਸ਼ਿਸ਼ਾਂ ਦੇ ਨਾਲ ਇਸ ਵਾਲੇ ਪਾਸੇ ਨੂੰ ਲੱਗੀ ਹੋਈ ਹੈ ਕਿ ਜੋ ਵੀ ਤਰੁੱਟੀਆਂ ਨੇ ਸਮਾਜ ਵਿੱਚੋਂ ਉਹਨੂੰ ਕਿਤੇ ਨਾ ਕਿਤੇ ਰੈਡੀਕੇਟ ਕੀਤਾ ਜਾ ਸਕੇ। ਪੰਜਾਬੀਆਂ ਨੂੰ 35 ਅੱਖਰੀ ਐਟਲੀਸਟ ਆਉਣੀ ਲਾਜ਼ਮੀ ਹੈ। ਇਹਨਾਂ ਤਮਾਮ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਸਕਸੈਸ ਹਾਸਲ ਹੋਵੇ, ਸਾਡੀ ਇਹੀ ਹੈ ਗੁਜ਼ਾਰਿਸ਼। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਗੱਲਬਾਤ ਲੱਗੀ ਹੋਏਗੀ ਰੋਚਕ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਅਗਲੀ ਵਾਰ ਸੰਵਾਦ ਦੇ ਵਿੱਚ ਕਿਸੇ ਹੋਰ ਪਰਸਨੈਲਿਟੀ ਨਾਲ ਕਰਾਵਾਂਗੇ ਤੁਹਾਨੂੰ ਰੂਬਰੂ। ਤਦ ਤੱਕ ਲਈ ਦੇਖਦੇ ਰਹੋ ਦਾ ਅਨਮਿਊਟ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।